ਰੁਕਾਂਗੇ ਵਿਸ਼ਰਾਮ ਥੋੜਾ ਜਿਹਾ। ਕਬੀਰ ਮਾਰੀ ਮਰੋ ਕੁਸੰਗ ਕੀ, ਇਹਨੂੰ ਮਰੋ ਨਹੀਂ ਪੜਨਾ, ਮਰੋ। ਇਹ ਹੁਕਮੀ ਭਵਿੱਖਤ ਕਾਲ ਹੈ। ਮਾਰੀ ਮਰੋ ਕੁਸੰਗ ਕੀ, ਕੇਲੇ ਨਿਕਟ ਜੋ ਬੇਰ, ਉਹ ਝੂਲੈ ਉਹ ਚੀਰੀਐ, ਸਾਕਤ ਸੰਗ ਨਾ ਹੀਰ। ਤਾਂ ਕਬੀਰ ਜੀ ਕਹਿੰਦੇ ਹਨ ਮਰੋਂ ਦਾ ਮਤਲਬ ਮੈਂ ਮਰ ਜਾਵਾਂਗੀ। ਕਬੀਰ ਮਾਰੀ ਮਰੋਂ ਮੈਂ ਮਰਾਂਗੀ, ਸੌਰੀ ਇੱਥੇ ਮਰੋਂ ਪੜਨਾ ਬਿੰਦੀ ਲਗਾ ਕੇ। ਕਬੀਰ ਮਾਰੀ ਮਰੋਂ ਬਿੰਦੀ ਲਗਾ ਕੇ ਪੜਾਂਗੇ, ਇਹ ਫਸਟ ਪਰਸਨ ਹੈ, ਮੈਂ ਪਹਿਲਾਂ ਗਲਤ ਬੋਲ ਗਿਆ। ਕਬੀਰ ਮਾਰੀ ਮਰੋਂ ਕੁਸੰਗ ਕੀ, ਮਰੋਂ ਦਾ ਮਤਲਬ ਮੈਂ ਮਰ ਜਾਵਾਂਗੀ, ਕੁਸੰਗ ਦਾ ਮਤਲਬ ਭੈੜੀ ਸਿੰਗਤ, ਤੇ ਮਰਨ ਦਾ ਮਤਲਬ ਹੈ ਆਤਮਕ ਮੌਤ ਤੇ ਮਰਨਾ। ਕਬੀਰ ਜੀ ਕਹਿੰਦੇ ਹਨ ਕਿ ਜੇ ਤੁਸੀਂ ਉਹਨਾਂ ਦਾ ਸਾਥ ਕਰੋਗੇ ਜੋ ਭੈੜੀ ਸ਼ੋਭਤ ਹੈ, ਮਾੜੀ ਸੰਗਤ ਹੈ, ਔਰ ਪ੍ਰਭੂ ਦੇ ਗੁਣਾਂ ਨੂੰ ਛੱਡ ਦਿਓਗੇ, ਤਾਂ ਸੁਤੇ ਹੀ ਉਹਨਾਂ ਲੋਕਾਂ ਦਾ ਸਾਥ ਹੋ ਜਾਏਗਾ ਗੁਣ ਛੱਡਣ ਦੇ ਨਾਲ, ਜਿਹੜੇ ਪ੍ਰਭੂ ਦੇ ਨਾਲੋਂ ਟੁੱਟੇ ਹੋਏ ਨੇ। ਤੇ ਟੁੱਟੇ ਹੋਏ ਜਿਹੜੇ ਲੋਕ ਨੇ, ਔਗਣਿਆਰੇ ਨੇ, ਉਹਨਾਂ ਦੀ ਸੰਗਤ ਕਰਕੇ ਆਤਮਕ ਮੌਤ ਜ਼ਰੂਰ ਹੋਵੇਗੀ। ਔਰ ਉਹਨਾਂ ਦੇ ਹਾਲਾਤ ਕੈਸੀ ਹੋਏਗੀ? ਕੇਲੇ ਨਿਕਟ ਜੋ ਬੇਰ, ਜਿਵੇਂ ਕੇਲੇ ਦੇ ਨਜ਼ਦੀਕ ਬੇਰੀ ਹੁੰਦੀ ਹੈ। ਹੁਣ ਬੇਰੀ ਦੇ ਕੰਡੇ ਨੁਕੀਲੇ ਨੇ, ਤਿੱਖੇ ਔਰ ਨੁਕੀਲੇ, ਤੇ ਕੇਲੇ ਦੇ ਜੋ ਪੱਤੇ ਨੇ ਉਹ ਵੀ ਕੋਮਲ ਨੇ, ਔਰ ਕੇਲੇ ਦੇ ਜੋ ਪੇੜ ਦੇ ਨਾਲ ਫਲ ਲੱਗੇ ਹੋਏ ਨੇ ਉਹ ਵੀ ਕੋਮਲ ਨੇ। ਉਹ ਝੂਲੇ ਉਹ ਚੀਰੀਏ। ਹੁਣ ਜਦੋਂ ਤੇਜ਼ ਹਵਾ ਚੱਲੇਗੀ ਤਾਂ ਬੇਰੀ ਹਿੱਲੇਗੀ, ਝੂਲੇਗੀ, ਤੇ ਜਿਵੇਂ ਜਿਵੇਂ ਬੇਰੀ ਝੂਲੇਗੀ ਉਹ ਚੀਰੀਏ, ਉਹ ਕੇਲੇ ਜਿਹੜੇ ਨੇ ਚੀਰੇ ਜਾਣਗੇ, ਕੇਲੇ ਦੇ ਪੱਤੇ ਵੀ ਚੀਰੇ ਜਾਣਗੇ, ਔਰ ਜੋ ਕੇਲੇ ਦੇ ਉੱਤੇ ਫਲ ਲੱਗੇ ਨੇ ਨਾ, ਕੇਲੇ ਲੱਗੇ ਹੋਏ ਨੇ, ਉਹ ਵੀ ਚੀਰੇ ਜਾਣਗੇ, ਖਰਾਬ ਹੋ ਜਾਣਗੇ। ਪੱਤੇ ਵੀ ਚੀਰੇ ਗਏ, ਫਲ ਵੀ ਚੀਰੇ ਗਏ। ਸਾਕਤ ਸੰਗ ਨਾ ਹੀਰ, ਹੀਰ ਦਾ ਮਤਲਬ ਵੇਖ ਨਾ, ਯਾਨੀ ਉਹਨਾਂ ਦੀ ਸੰਗਤ ਨਾ ਕਰ, ਨਾ ਵੇਖ, ਨਾ ਤੱਕ। ਤਾਂ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਬੇਰੀ ਹਵਾ ਦੇ ਨਾਲ ਹੁਲਾਰੇ ਲੈਂਦੀ ਹੈ ਤੇ ਕੇਲਾ ਉਹਦੇ ਕੰਡਿਆਂ ਦੇ ਨਾਲ ਚੀਰਿਆ ਜਾਂਦਾ। ਤਿਵੇਂ ਭੈੜੀ ਸੰਗਤ ਵਿੱਚ ਬੈਠਿਆਂ ਵਿਕਾਰਾਂ ਦੇ ਅਸਰ ਹੇਠ ਤੇਰੀ ਜਿਹੜੀ ਜਿੰਦ ਹੈ ਉਹ ਵੀ ਆਤਮਕ ਮੌਤ ਤੇ ਮਰ ਜਾਏਗੀ। ਜੇ ਮੈਂ ਮਾੜੀ ਸੰਗਤ ਕਰਾਂਗਾ ਤਾਂ ਮੇਰੀ ਆਤਮਕ ਮੌਤ ਹੋ ਜਾਏਗੀ, ਕਿਉਂਕਿ ਵਿਕਾਰੀ ਮਨੁੱਖ ਨੇ ਵਿਕਾਰ ਕਮਾਣੇ ਨੇ। ਜੇ ਮੈਂ ਵਿਕਾਰੀ ਮਨੁੱਖ ਦੀ ਸੰਗਤ ਕਰਾਂਗਾ ਤਾਂ ਉਹਦੇ ਨਾਲ ਉੱਠਣਾ ਬੈਠਣਾ ਹੋਏਗਾ, ਆਣਾ ਜਾਣਾ ਹੋਏਗਾ, ਤਾਂ ਮੇਰੇ ਅੰਦਰ ਵੀ ਉਹ ਔਗਣ ਹੌਲੇ ਹੌਲੇ ਆ ਜਾਣਗੇ। ਮੈਂ ਕਦੇ ਮਾੜੇ ਬੰਦਿਆਂ ਦੀ ਸੰਗਤ ਵਿੱਚ ਰਹਿ ਕੇ ਸੁਖੀ ਔਰ ਸ਼ਾਂਤ ਨਹੀਂ ਰਹਿ ਸਕਦਾ। ਬੇਸ਼ੱਕ ਤੁਸੀਂ ਕੋਈ ਮਾੜਾ ਕਰਮ ਨਾ ਵੀ ਕਰੋ, ਤਾਂ ਵੀ ਜੇ ਤੁਹਾਡੇ ਚਾਰ ਚੁਫੇਰੇ ਮਾੜੇ ਲੋਕ ਨੇ ਤਾਂ ਉੱਥੇ ਸੁਖੀ ਔਰ ਸ਼ਾਂਤ ਰਿਹਾ ਨਹੀਂ ਜਾ ਸਕਦਾ। ਇਸ ਲਈ ਸਾਨੂੰ ਭਗਤ ਕਬੀਰ ਜੀ ਸਮਝਾ ਰਹੇ ਨੇ ਕਿ ਤੁਸੀਂ ਐਸੇ ਲੋਕਾਂ ਦੀ ਸੰਗਤ ਕਰੋ ਜੋ ਗੁਣੀ ਨੇ, ਜਿਨ੍ਹਾਂ ਨੇ ਦੀਨ ਨੂੰ ਦੁਨੀ ਵਾਸਤੇ ਗਵਾਇਆ ਨਹੀਂ, ਜਿਹੜੇ ਹਮੇਸ਼ਾ ਸੱਚ ਦੇ ਨਾਲ ਜੁੜੇ ਹੋਏ ਨੇ, ਰੱਬੀ ਰਜਾ ਵਿੱਚ ਤੁਰਨ ਵਾਲੇ ਨੇ, ਪਰ ਉਪਕਾਰੀ ਨੇ, ਜਿਨ੍ਹਾਂ ਦੇ ਬੋਲ ਮਿੱਠੇ ਨੇ, ਜਿਨ੍ਹਾਂ ਦਾ ਵਿਹਾਰ ਪਿਆਰਾ ਹੈ। ਉਹਨਾਂ ਦੀ ਜੇ ਸੰਗਤ ਕਰੋਗੇ ਤਾਂ ਤੁਹਾਡੇ ਜੀਵਨ ਵਿੱਚ ਵੀ ਖੁਸ਼ੀਆਂ, ਖੇੜੇ, ਆਨੰਦ ਔਰ ਪ੍ਰਸੰਨਤਾ ਆਏਗੀ। ਹੁਣ ਇਹ ਚੀਜ਼ ਸਮਝਣ ਵਾਲੀ ਹੈ। ਹੁਣ ਕਈ ਵਾਰ ਜਦੋਂ ਅਸੀਂ ਇਹ ਵਿਚਾਰ ਕਰਦੇ ਹਾਂ ਨਾ ਕਿ ਮਾੜੇ ਲੋਕਾਂ ਦੀ ਸੰਗਤ ਨਾ ਕਰੋ, ਲੋਕ ਬੜੇ ਬੁਰੇ ਨੇ, ਤਾਂ ਇਥੋਂ ਇੱਕ ਗੱਲ ਸਾਡੇ ਅੰਦਰ ਜੋ ਫੀਲਿੰਗ ਆਉਂਦੀ ਹੈ ਨਾ, ਉਹ ਫੀਲਿੰਗਸ ਇਹ ਆਉਂਦੀਆਂ ਨੇ ਕਿ ਅਸੀਂ ਚੰਗੇ ਹਾਂ, ਬਾਕੀ ਸਾਰੇ ਮਾੜੇ ਨੇ। ਇਹ ਵੀ ਧਿਆਨ ਰੱਖਣਾ ਵੀ ਕਿਤੇ ਮੈਂ ਖੁਦ ਵੀ ਤੇ ਬੇਰੀ ਨਹੀਂ, ਮੈਂ ਖੁਦ ਵੀ ਬੇਰੀ ਨਹੀਂ ਬਣਨਾ, ਕਿਉਂਕਿ ਜੇ ਮੈਂ ਖੁਦ ਬੇਰੀ ਦੀ ਤਰ੍ਹਾਂ ਝੂਲਾਂਗਾ ਤਾਂ ਜਿਹੜੇ ਕੇਲੇ ਵਰਗੇ ਚੰਗੇ ਲੋਕ ਨੇ ਉਹ ਚੀਰੇ ਜਾਣਗੇ ਨਾ। ਤਾਂ ਅਸਾਂ ਬੇਰੀ ਦੀ ਸੰਗਤ ਤੋਂ ਵੀ ਬਚਣਾ ਤੇ ਆਪ ਬੇਰੀ ਬਣਨਾ ਵੀ ਨਹੀਂ ਕਿ ਅਸੀਂ ਲੋਕਾਂ ਦੇ ਹਿਰਦੇ ਵਿਲੁੰਦਰਦੇ ਫਿਰੀਏ, ਲੋਕਾਂ ਨੂੰ ਸਾਡੇ ਕਰਕੇ ਦੁੱਖ ਹੋਵੇ। ਇਸ ਲਈ ਆਪਣਾ ਜਿਹੜਾ ਹੈ ਨਾ ਜੀਵਨ ਨੂੰ ਵੀ ਨਾਲ ਨਾਲ ਪਰਖਦੇ ਜਾਣਾ ਹੈ, ਸੈਲਫ ਐਨਾਲਿਸਿਸ ਜ਼ਰੂਰ ਕਰਨਾ ਹੈ ਕਿ ਮੇਰੀ ਜ਼ਿੰਦਗੀ ਕਿਤੇ ਬੇਰੀ ਵਰਗੀ ਤੇ ਨਹੀਂ, ਮੇਰੇ ਬੋਲ, ਮੇਰਾ ਵਿਹਾਰ, ਮੇਰੀ ਸੋਚ ਕਿਸੇ ਨੂੰ ਚੀਰ ਤੇ ਨਹੀਂ ਰਹੀ, ਕਿਸੇ ਦਾ ਹਿਰਦਾ ਤੇ ਨਹੀਂ ਵਿਲੁੰਦਰ ਰਹੀ, ਮੈਂ ਕਿਸੇ ਦੀਆਂ ਭਾਵਨਾਵਾਂ ਦਾ ਕਤਲ ਤੇ ਨਹੀਂ ਕਰ ਰਿਹਾ, ਮੈਂ ਕਿਸੇ ਨੂੰ ਦੁੱਖ ਤੇ ਨਹੀਂ ਦੇ ਰਿਹਾ। ਖੁਦ ਵੀ ਬੇਰੀ ਨਹੀਂ ਬਣਨਾ ਔਰ ਬੇਰੀ ਦੇ ਨਜ਼ਦੀਕ ਵੀ ਨਹੀਂ ਵਸਣਾ। ਭਾਵ ਬੇਰੀ ਦਾ ਮਤਲਬ ਜੋ ਮਾੜੇ ਕਰਮ ਕਰਨ ਵਾਲੇ ਲੋਕ ਨੇ ਉਹਨਾਂ ਦੀ ਸੰਗਤ ਤੋਂ ਵੀ ਬਚਣਾ, ਵਿਕਾਰਾਂ ਦੀ ਸੰਗਤ ਤੋਂ, ਔਰ ਆਪ ਵੀ ਐਸੇ ਕਰਮ ਨਹੀਂ ਕਰਨੇ। ਦੂਜੀ ਗੱਲ ਹੈ
ਸੰਗਤ ਕੇਵਲ ਸਰੀਰ ਦੀ ਵੀ ਨਹੀਂ, ਬੇਰੀ ਸਾਡੇ ਅੰਦਰ ਵੀ ਹੈ। ਸਾਡੇ ਅੰਦਰ ਕਿਹੜੀ ਬੇਰੀ ਹੈ? ਈਰਖਾ, ਦਵੇਸ਼, ਵੈਰ, ਵਿਰੋਧ, ਲੋਭ, ਮੋਹ, ਹੰਕਾਰ ਸਾਡੇ ਅੰਦਰ ਨੇ ਨਾ। ਇਹ ਜੇ ਸਾਡੀ ਸੁਰਤ ਇਹਨਾਂ ਦੀ ਸੰਗਤ ਕਰੇਗੀ ਤੇ ਸਾਡੀ ਸੁਰਤ ਵੀ ਚੀਰੀ ਜਾਏਗੀ, ਅਸੀਂ ਦੁਖੀ ਹੋਵਾਂਗੇ। ਇਸ ਲਈ ਜੋ ਸ਼ੁਭ ਗੁਣ ਨੇ, ਸਤ, ਸੰਤੋਖ ਆਦਿਕ, ਉਹਨਾਂ ਦੇ ਨਾਲ ਆਪਣੀ ਸੁਰਤ ਨੂੰ ਜੋੜਨਾ ਹੈ। ਆਪਣੇ ਅੰਦਰ ਵੀ ਜਿਹੜੀਆਂ ਬੇਰੀਆਂ ਨੇ ਨਾ, ਉਹਨਾਂ ਬੇਰੀਆਂ ਤੋਂ ਅਸਾਂ ਬਚਣਾ ਹੈ। ਅਗਲਾ ਬਚਨ ਭਗਤ ਕਬੀਰ ਜੀ ਕਰਦੇ ਨੇ, ਕਬੀਰ ਭਾਰ ਪਰਾਈ ਸਿਰ ਚਰੈ, ਚਲਿਓ ਚਾਹੇ ਬਾਟ, ਆਪਣੇ ਭਾਰਹਿ ਨਾ ਡਰੈ, ਆਗੇ ਔਕਟ ਘਾਟ। ਭਾਰ ਪਰਾਈ, ਭਾਰ ਪਰਾਈ ਦਾ ਮਤਲਬ ਪਰਾਈ ਨਿੰਦਿਆ ਦਾ ਭਾਰ, ਜੋ ਅਸੀਂ ਲੋਕਾਂ ਦੀ ਬਦਖੋਈ ਕਰਦੇ ਹਾਂ ਸਾਰਾ ਦਿਨ, ਐਵੇਂ ਹੀ ਬਿਨਾਂ ਮਤਲਬ ਤੋਂ ਹੀ ਅਸੀਂ ਕਮੀਆਂ ਕਿਸੇ ਦੀਆਂ ਕੱਢਦੇ ਰਹਿੰਦੇ ਹਾਂ, ਜਿਹੜੀਆਂ ਉਸ ਵਿੱਚ ਕਮੀਆਂ ਹੈ ਵੀ ਨਹੀਂ, ਅਸੀਂ ਉਹ ਵੀ ਉਹਨਾਂ ਦੇ ਉੱਤੇ ਥੋਪਦੇ ਰਹਿੰਦੇ ਹਾਂ। ਆਪਣੇ ਸਿਰ ਦੇ ਉੱਤੇ ਨਿੰਦਿਆ ਦਾ ਭਾਰ, ਜਿਵੇਂ ਅਸੀਂ ਜਪਜੀ ਸਾਹਿਬ ਵਿੱਚ ਪੜਿਆ ਸੀ ਨਾ, ਅਸੰਖ ਨਿੰਦਕ ਸਿਰ ਕਰੇ ਭਾਰ। ਅਨੇਕਾਂ ਨਿੰਦਕ ਲੋਕ ਨੇ ਜੋ ਸਿਰ ਦੇ ਉੱਤੇ ਭਾਰ ਚੁੱਕਦੇ ਨੇ ਦੂਜਿਆਂ ਦਾ। ਐਵੇਂ ਹੀ ਬਦਖੋਈ ਕਰੀ ਜਾਣੀ, ਦਿਮਾਗੀ ਵਜਨ ਆਪਣੇ ਉੱਤੇ ਲੱਦੀ ਰੱਖਣਾ। ਚਲਿਓ ਚਾਹੇ ਬਾਟ, ਬਾਟ ਦਾ ਮਤਲਬ ਰਾਸਤਾ। ਆਪਣੇ ਭਾਰੇ ਨਾ ਡਰੇ, ਆਪਣੇ ਭਾਰੇ ਦਾ ਮਤਲਬ ਜਿਹੜੇ ਆਪਣੇ ਕੀਤੇ ਹੋਏ ਪਾਪਾਂ ਦੇ ਭਾਰ ਨੇ। ਆਗੇ ਔਕਟ ਘਾਟ, ਔਕਟ ਘਾਟ ਦਾ ਮਤਲਬ ਔਖਾ ਰਾਸਤਾ। ਹੁਣ ਇਸ ਸ਼ਲੋਕ ਨੂੰ ਸਮਝਣ ਲਈ ਅਸੀਂ ਇੱਕ ਨਿੱਕੀ ਜਿਹੀ ਮਿਸਾਲ ਲੈਂਦੇ ਹਾਂ। ਮੰਨ ਲਓ ਤੁਸੀਂ ਕਿਸੇ ਪਹਾੜ ਤੇ ਚੜ੍ਹਨਾ ਹੈ, ਪਹਾੜੀ ਰਾਸਤਾ ਹੈ, ਤੇ ਪਹਾੜੀ ਰਾਸਤਾ ਉਬੜ ਖਾਬੜ ਤਾਂ ਹੈ ਹੀ ਹੈ, ਚੜਾਈ ਵੀ ਹੈ, ਕੰਢੇ ਵੀ ਨੇ, ਔਰ ਡਿੱਗਣ ਦਾ ਹਰ ਟਾਈਮ ਖਤਰਾ ਹੈ। ਪਹਾੜੀ ਰਾਸਤੇ ਦੇ ਉੱਤੇ ਖਾਲੀ ਤੁਰਨਾ ਵੀ ਬੜਾ ਮੁਸ਼ਕਲ ਹੈ ਨਾ। ਤੇ ਮੰਨ ਲਓ ਕਿਸੇ ਦੇ ਕੋਲ ਆਪਣਾ ਲਗੇਜ ਹੋਵੇ, ਆਪਣਾ ਭਾਰ ਹੋਵੇ, ਤੇ ਹੁਣ ਪਹਾੜੀ ਰਾਸਤੇ ਤੇ ਤਾਂ ਖਾਲੀ ਚੜ੍ਹਨਾ ਵੀ ਔਖਾ ਹੈ, ਤੇ ਜੇ ਆਪਣਾ ਕੋਈ 40-50 ਕਿਲੋ ਭਾਰ ਤੇ ਆਪਣਾ ਸਿਰ ਤੇ ਚੁੱਕਿਆ ਹੋਏ, ਤੇ ਦੂਜੇ ਬੰਦੇ ਦਾ ਵੀ ਕੋਈ 40-50 ਕਿਲੋ ਸਿਰ ਤੇ ਧਰ ਲਵੇ, ਤਾਂ ਕੀ ਉਹ ਬੰਦਾ ਤੁਰ ਸਕੇਗਾ? ਔਖਾ ਹੋ ਜਾਏਗਾ ਨਾ ਤੁਰਨਾ। ਤਾਂ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਜਿਸ ਆਤਮਿਕ ਰਾਸਤੇ ਤੇ ਅਸੀਂ ਤੁਰਨਾ ਚਾਹੁੰਦੇ ਹਾਂ, ਜੋ ਸਾਡਾ ਗੋਲ ਹੈ ਕਿ ਅਸੀਂ ਰੱਬ ਵਰਗੇ ਹੋ ਸਕੀਏ, ਅਸੀਂ ਰੱਬ ਦੇ ਵਿੱਚ ਮਿਲ ਸਕੀਏ, ਜਿਹਨੂੰ ਅਸੀਂ ਰੱਬ ਦੇ ਦਰਸ਼ਨ ਕਹਿੰਦੇ ਹਾਂ, ਅਸੀਂ ਆਪਣੇ ਸ਼ੁਭ ਗੁਣਾਂ ਦੇ ਧਾਰਨੀ ਹੋ ਸਕੀਏ, ਸਾਡੀ ਜ਼ਿੰਦਗੀ ਦੇ ਅੰਦਰ ਸੁੱਖ, ਸ਼ਾਂਤੀ, ਆਨੰਦ, ਖੇੜਾ, ਪ੍ਰਸੰਨਤਾ ਆ ਜਾਏ, ਅਸੀਂ ਇਹਨਾਂ ਰਾਹਾਂ ਤੇ ਤੁਰਨਾ ਚਾਹੁੰਦੇ ਹਾਂ। ਮੰਜ਼ਲ ਅਸੀਂ ਇਹ ਬਣਾਈ ਹੋਈ ਹੈ, ਲੇਕਿਨ ਅਸੀਂ ਆਪ ਵੀ ਪਾਪ ਕਰੀ ਜਾ ਰਹੇ ਹਾਂ। ਈਰਖਾ ਹੈ, ਦਵੇਸ਼ ਹੈ, ਵੈਰ ਹੈ, ਵਿਰੋਧ ਹੈ, 2 ਨੰਬਰ ਦੇ ਧੰਦੇ ਨੇ, ਚੋਰੀਆਂ ਨੇ, ਹੰਕਾਰ ਹੈ, ਕਿੰਨੇ ਸਾਰੇ ਪਾਪ ਬੰਦਾ ਕਰਦਾ ਹੈ ਨਾ। ਇੱਕ ਤਾਂ ਇਹ ਪਾਪਾਂ ਦਾ ਭਾਰ, ਕਿ ਐਸੇ ਪਾਪਾਂ ਵਾਲੀ ਸੋਚ ਦਾ ਭਾਰ ਚੁੱਕ ਕੇ ਕੋਈ ਬੰਦਾ ਸੁਖੀ ਔਰ ਸ਼ਾਂਤ ਹੋ ਸਕਦਾ ਹੈ, ਕੋਈ ਚੜ੍ਹਦੀ ਕਲਾ ਵਿੱਚ ਜਾ ਸਕਦਾ ਹੈ, ਕੋਈ ਇਨਸਾਨੀਅਤ ਦੀ ਚੜ੍ਹਾਈ ਚੜ੍ਹ ਸਕਦਾ ਹੈ, ਜਾਂ ਕੋਈ ਜਿਹਨੂੰ ਭਗਤ ਕਬੀਰ ਜੀ ਕਹਿੰਦੇ ਹਨ, ਅਬ ਤੋਂ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰਿੰਗ ਪਾਣੀ। ਰੱਬ ਵਰਗਾ ਕੋਈ ਹੋ ਸਕਦਾ ਪਾਪਾਂ ਵਿਕਾਰਾਂ ਨਾਲ? ਨਹੀਂ ਹੋ ਸਕਦਾ। ਆਪਣੇ ਭਾਰ ਤੋਂ ਹੀ ਨਹੀਂ ਡਰ ਰਿਹਾ, ਸੈਲਫ ਐਨਾਲਿਸਿਸ ਕਰ ਹੀ ਨਹੀਂ ਰਿਹਾ ਕਿ ਮੈਂ ਤੇ ਆਪ ਇਹਨਾਂ ਭਾਰ ਚੁੱਕੀ ਫਿਰਦਾ, ਤੇ ਆਪਣੇ ਪਾਪਾਂ ਦਾ ਤਿਆਗ ਨਾ ਕਰਕੇ ਨਾਲ ਬੇਗਾਨੀ ਨਿੰਦਿਆ ਕਰੀ ਜਾ ਰਿਹਾ ਹੈ, ਲੋਕਾਂ ਦੀ ਬਦਖੋਈ ਦਾ ਭਾਰ ਹੋਰ ਸਿਰ ਤੇ ਚੁੱਕੀ ਫਿਰਦਾ। ਜਿਹੜੇ ਔਗਣ ਆਪਣੇ ਅੰਦਰ ਨੇ ਉਹਨਾਂ ਨੂੰ ਤੇ ਵੇਖਦਾ ਨਹੀਂ, ਲੇਕਿਨ ਦੂਜਿਆਂ ਦੇ ਔਗਣ ਇਹਨੂੰ ਦਿਸ ਰਹੇ ਨੇ ਕਿ ਫਲਾਣੇ ਬੰਦੇ ਦੀ ਬੋਲੀ ਬੜੀ ਮਾੜੀ ਹੈ, ਉਹਦਾ ਵਿਹਾਰ ਬੜਾ ਮਾੜਾ ਹੈ, ਉਹ ਤੇ ਜੀ 2 ਨੰਬਰ ਦੇ ਧੰਦੇ ਕਰਦਾ ਹੈ, ਉਹਦੇ ਵਿੱਚ ਤੇ ਇਨਸਾਨੀਅਤ ਹੀ ਹੈ ਨਹੀਂ, ਇਹ ਦੁਨੀਆ ਤੇ ਪਾਪਾਂ ਵਿਕਾਰਾਂ ਦੇ ਨਾਲ ਭਰੀ ਪਈ ਹੈ, ਇੱਥੇ ਤੇ ਕਿਸੇ ਦਾ ਵਿਸ਼ਵਾਸ ਹੀ ਨਹੀਂ ਕਰਨਾ ਚਾਹੀਦਾ, ਕਈ ਕੁਛ ਕਹਿੰਦੇ ਆ ਨਾ। ਤਾਂ ਇਹੋ ਜਿਹਾ ਜ਼ਿੰਦਗੀ ਜੀ ਕੇ ਕੀ ਕੋਈ ਆਤਮਿਕ ਸਫ਼ਰ ਨੂੰ ਤੈਅ ਕਰ ਲਵੇਗਾ? ਕਿ ਐਸੀ ਜ਼ਿੰਦਗੀ ਜੀ ਕੇ ਇਸ ਸਮਾਜ ਦੇ ਅੰਦਰ ਸੁੱਖ, ਸ਼ਾਂਤੀ, ਆਨੰਦ, ਖੇੜਾ, ਪ੍ਰਸੰਨਤਾ ਪੈਦਾ ਕੀਤੀ ਜਾ ਸਕਦੀ ਹੈ? ਕਿ ਇਹੋ ਜਿਹੀ ਸੋਚ ਦੇ ਨਾਲ ਸਾਡੇ ਘਰਾਂ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤ ਸਕਦੀ ਹੈ? ਔਰ ਕਿ ਇਹੋ ਜਿਹੀ ਸੋਚ ਦੇ ਨਾਲ ਸਾਡੇ ਆਪਣੇ ਅੰਦਰ ਚੜ੍ਹਦੀ ਕਲਾ, ਇਨਸਾਨੀਅਤ ਔਰ ਖੁਸ਼ੀ ਪੈਦਾ ਹੋ ਸਕਦੀ ਹੈ? ਕਦੇ ਵੀ ਨਹੀਂ। ਤਾਂ ਕਬੀਰ ਜੀ ਸਾਨੂੰ ਸਮਝਾ ਰਹੇ ਨੇ, ਮਨੁੱਖ ਦੇ ਸਾਹਮਣੇ ਇੱਕ ਡਾਢਾ ਔਖਾ ਰਾਸਤਾ ਹੈ। ਆਪਣੇ ਕੀਤੇ ਮੰਦ ਕਰਮਾਂ ਦੇ ਭਾਰ ਦਾ ਤਾਂ ਇਹਨੂੰ ਚੇਤਾ ਹੀ ਨਹੀਂ ਕਿ ਮੈਂ ਪਾਪ ਕਰਮ ਕਮਾਰਿਆਂ, ਦੂਜਿਆਂ ਦੇ ਔਗਣ ਵੇਖੀ ਜਾ ਰਿਹਾ, ਆਪਣਿਆਂ ਵੱਲ ਨਹੀਂ ਦੇਖ ਰਿਹਾ। ਤਾਂ ਇੱਥੇ 2 ਚੀਜ਼ਾਂ ਦੱਸੀਆਂ ਜਾ ਰਹੀਆਂ ਨੇ ਸਾਨੂੰ ਜ਼ਿੰਦਗੀ ਜੀਣ ਲਈ। ਇੱਕ ਤੇ ਅਸੀਂ ਬੇਗਾਨੀ ਬਦਖੋਈ ਨਹੀਂ ਕਰਨੀ ਝੂਠੀ ਕਿਸੇ ਦੀ,
ਤੇ ਦੂਜੀ ਇਹ ਹੈ ਕਿ ਆਪ ਜਿਹੜੇ ਪਾਪ ਕਰਮ ਨੇ ਉਹਨਾਂ ਦਾ ਤਿਆਗ ਕਰਨਾ ਹੈ। ਜਿਹੜੀ ਕੋਈ ਮਾੜੀ ਮੋਟੀ ਗਲਤੀ ਹੈ, ਜਿੱਥੇ ਅਸੀਂ ਗਲਤ ਹਾਂ, ਉਹਨਾਂ ਗਲਤ ਕਰਮਾਂ ਨੂੰ ਛੱਡ ਦੇਣਾ ਹੈ, ਸ਼ੁਭ ਗੁਣਾਂ ਦੇ ਧਾਰਨੀ ਹੋਣਾ ਹੈ। ਅਗਲਾ ਬਚਨ ਕਰਦੇ ਨੇ, ਕਬੀਰ ਬਨ ਕੀ ਦਾਧੀ ਲਾਕਰੀ, ਠਾਢੀ ਕਰੈ ਪੁਕਾਰ, ਮਤ ਬਸ ਪਰੋਂ ਲੁਹਾਰ ਕੇ, ਜਾਰੈ ਦੂਜੀ ਬਾਰ। ਇਹਨੂੰ ਪਰੋਂ ਪੜਨਾ ਹੈ ਬਿੰਦੀ ਲਗਾ ਕੇ, ਪਰੋਂ, ਫਸਟ ਪਰਸਨ ਦੀ ਗੱਲ ਹੋ ਰਹੀ ਹੈ। ਦਾਦੀ ਦਾ ਮਤਲਬ ਸੜੀ ਹੋਈ। ਜਿਵੇਂ ਜੰਗਲ ਦੇ ਵਿੱਚ ਅੱਗ ਲੱਗ ਜਾਂਦੀ ਹੈ ਨਾ, ਤੇ ਅੱਗ ਲੱਗਣ ਦੇ ਨਾਲ ਲੱਕੜਾਂ ਜਿਹੜੀਆਂ ਨੇ, ਰੁੱਖ ਦਰਖਤ ਨੇ, ਸੜ ਜਾਂਦੇ ਨੇ। ਹੁਣ ਕਬੀਰ ਜੀ ਕਹਿੰਦੇ ਨੇ ਜਿਹੜੀ ਜੰਗਲ ਦੀ ਲੱਕੜੀ ਹੈ ਸੜੀ ਹੋਈ, ਉਹਨੂੰ ਪਤਾ ਹੈ ਕਿ ਅੱਗ ਦੇ ਨਾਲ ਸੜਨ ਦਾ ਕਿੰਨਾ ਦੁੱਖ ਹੁੰਦਾ ਨਾ, ਅੱਗ ਨਾਲ ਸੜਨ ਦਾ ਕਿੰਨਾ ਦੁੱਖ ਹੈ। ਕਿਵੇਂ ਉਹ ਧੁੱਕ ਧੁੱਕ ਕੇ ਸੜੀ ਹੈ, ਉਹਦੀ ਹਰਿਆਵਲ ਖਤਮ ਹੋ ਗਈ, ਕਿਵੇਂ ਉਹਦੀ ਜ਼ਿੰਦਗੀ ਖਤਮ ਹੋਈ, ਧੁੱਕ ਧੁੱਕ ਕੇ, ਸੜ ਸੜ ਕੇ। ਅੱਗ ਦੇ ਦੁੱਖ ਦਾ ਉਹਨੂੰ ਪਤਾ ਹੈ ਕਿ ਕਿਵੇਂ ਅੱਗ ਸਾੜਦੀ ਹੈ, ਤੇ ਜੇ ਉਹਨੂੰ ਫਿਰ ਅੱਗ ਲਾਈ ਜਾਏ ਤਾਂ ਉਹਨੂੰ ਪਤਾ ਹੈ ਨਾ ਕਿੰਨਾ ਦੁੱਖ ਹੋਣਾ ਹੈ। ਇਸ ਲਈ ਕਬੀਰ ਜੀ ਇੱਕ ਪ੍ਰਮਾਣ ਲੈ ਰਹੇ ਨੇ ਕਿ ਬਨ ਦਾ ਮਤਲਬ ਜੰਗਲ, ਕਿ ਜੰਗਲ ਜੇ ਤੂੰ ਧਿਆਨ ਦੇ ਨਾਲ ਵੇਖੇ, ਕਬੀਰ ਜੀ ਕਹਿੰਦੇ ਨੇ ਕਿ ਜੇ ਧਿਆਨ ਨਾਲ ਤੁਸੀਂ ਵੇਖੋ, ਸੁਣੋ, ਸਮਝੋ, ਤਾਂ ਜੰਗਲ ਦੀ ਜਿਹੜੀ ਕੋਲਾ ਬਣੀ ਹੋਈ ਲੱਕੜੀ ਹੈ ਨਾ, ਉਹ ਵੀ ਪੁਕਾਰ ਕਰ ਰਹੀ ਹੈ, ਮਤ ਬਸ ਪਰੋਂ ਲੁਹਾਰ ਕੇ। ਬਸ ਦਾ ਮਤਲਬ ਵਸ ਵਿੱਚ, ਸ਼ੋਭਤ ਵਿੱਚ। ਲੁਹਾਰ ਦਾ ਮਤਲਬ ਉਹ ਮਨੁੱਖ ਜਿਹੜੇ ਲੋਹੇ ਦਾ ਕੰਮ ਕਰਦੇ ਨੇ, ਭੱਠੀਆਂ ਦੇ ਵਿੱਚ ਕੋਲੇ ਬਾਲ ਕੇ, ਉੱਤੇ ਲੋਹਾ ਰੱਖ ਕੇ, ਉਹਨੂੰ ਗਰਮ ਕਰਕੇ ਫਿਰ ਲੋਹੇ ਨੂੰ ਆਪਣੀ ਸ਼ੇਪ ਦਿੰਦੇ ਨੇ, ਕੋਲਿਆਂ ਦੇ ਨਾਲ ਉਹ ਭੱਠੀ ਬਾਲਦੇ ਨੇ। ਤਾਂ ਕਬੀਰ ਜੀ ਕਹਿ ਰਹੇ ਨੇ ਕਿ ਉਹ ਲੱਕੜੀ ਵੀ ਇਹ ਪੁਕਾਰ ਕਰ ਰਹੀ ਹੈ ਕਿ ਮੈਂ ਲੁਹਾਰ ਦੇ ਵਸ ਨਾ ਪੈ ਜਾਵਾਂ, ਕਿਉਂਕਿ ਜਾ ਰਿਹਾ ਦੂਜੀ ਬਾਰ, ਉਹ ਮੈਨੂੰ ਦੁਬਾਰਾ ਫਿਰ ਸਾੜੇਗਾ। ਦੁਬਾਰਾ ਅੱਗ ਦੇ ਅੰਦਰ ਸੜਨ ਤੋਂ ਜੰਗਲ ਦੀ ਲੱਕੜ ਵੀ ਪੁਕਾਰ ਕਰ ਰਹੀ ਹੈ। ਤਾਂ ਇੱਥੇ ਸਮਝਣ ਵਾਲੀ ਕੀ ਗੱਲ ਹੈ? ਸਮਝਣ ਵਾਲੀ ਗੱਲ ਹੈ ਕਿ ਅਸੀਂ ਦੇਖਦੇ ਹਾਂ ਕਿ ਸਾਡੇ ਅੰਦਰੋਂ ਜੋ ਆਮ ਮਨੁੱਖ ਹੈ ਨਾ, ਉਹਦੇ ਅੰਦਰੋਂ ਇਨਸਾਨੀਅਤ ਸੜ ਜਾਂਦੀ ਹੈ। ਵਿਕਾਰ ਸਾਨੂੰ ਦੁਖੀ ਕਰਦੇ ਨੇ, ਕਾਮ, ਕ੍ਰੋਧ, ਲੋਭ ਆਦਿ ਕਰਕੇ ਬੰਦੇ ਦੇ ਅੰਦਰੋਂ ਮਨੁੱਖਤਾ ਖਤਮ ਹੋ ਜਾਂਦੀ ਹੈ, ਜ਼ਮੀਰ ਬੰਦੇ ਦੀ ਮਰ ਜਾਂਦੀ ਹੈ। ਲੇਕਿਨ ਬੰਦਾ ਮੁੜ ਮੁੜ ਕੇ ਫਿਰ ਉਹੀ ਵਿਕਾਰ ਕਮਾਈ ਜਾਂਦਾ ਹੈ, ਮੁੜ ਮੁੜ ਕੇ ਉਹੀ ਵਿਕਾਰ ਕਮਾਈ ਜਾਂਦਾ ਹੈ। ਜਿੰਨਾ ਕਰਮਾਂ ਕਰਕੇ ਜ਼ਿੰਦਗੀ ਵਿੱਚ ਦੁੱਖ ਹੈ, ਚਾਹੁੰਦਾ ਹੈ ਉਹਨਾਂ ਦੁੱਖਾਂ ਤੋਂ ਬਚਣਾ, ਪਰ ਕੰਮ ਫਿਰ ਉਹੀ ਕਰੀ ਜਾ ਰਿਹਾ ਹੈ। ਜੇ ਅਸੀਂ ਸਮਝ ਨਾ ਹੋਏ ਇਸ ਗੱਲ ਨੂੰ, ਤਾਂ ਆਪਣੀ ਜ਼ਿੰਦਗੀ ਦੀ ਮਿਸਾਲ ਲੈ ਕੇ ਸਮਝੀਏ। ਜਿੰਨੇ ਵੀ ਹੁਣ ਤੱਕ ਅਸੀਂ 50, 60, 65 ਸਾਲ, 40 ਸਾਲ, ਜਿੰਨੇ ਵੀ ਅਸੀਂ ਏਜ ਦੇ ਬੈਠੇ ਹਾਂ ਵੀਰ ਭੈਣਾ, ਜਿੰਨੀ ਅਸੀਂ ਹੁਣ ਤੱਕ ਜ਼ਿੰਦਗੀ ਜੀਵੀ ਹੈ, ਇਹਦੇ ਅੰਦਰ ਸਾਡੇ ਜੀਵਨ ਵਿੱਚ ਖੁਸ਼ੀਆਂ ਵੀ ਆਈਆਂ, ਚਿੰਤਾਵਾਂ ਵੀ ਆਈਆਂ, ਦੁੱਖ ਵੀ ਆਏ, ਸੁੱਖ ਵੀ ਆਏ। ਇਹ ਜ਼ਿੰਦਗੀ ਦਾ ਰਿਜ਼ਲਟ ਨਿਕਲਿਆ ਨਾ ਜੀਣ ਦਾ। ਤਾਂ ਇਹ ਜਿਹੜਾ ਸਾਡੀ ਜ਼ਿੰਦਗੀ ਦਾ ਰਿਜ਼ਲਟ ਸੀ, ਕਿਸੇ ਦੇ ਜੀਵਨ ਵਿੱਚ ਸੁੱਖ ਹੈ, ਕਿਸੇ ਦੇ ਜੀਵਨ ਵਿੱਚ ਦੁੱਖ ਹੈ। ਤਾਂ ਹੁਣ ਅਸੀਂ ਦੁੱਖਾਂ ਤੋਂ ਬਚਣਾ ਚਾਹੁੰਦੇ ਹਾਂ, ਪਰ ਇਹ ਨਹੀਂ ਵੇਖਦੇ ਵੀ ਇਹ ਦੇਖ ਸਾਡੇ ਦੁੱਖ ਜਿਹੜੇ ਨੇ, ਸਾਡੇ ਬੋਲ, ਸਾਡੇ ਵਿਹਾਰ ਦਾ ਕਾਰਨ ਨੇ। ਉਹ ਕਾਰਨ ਨੇ ਸਾਡੇ ਕਰਮ, ਉਹਨਾਂ ਦਾ ਰਿਜ਼ਲਟ ਇਹ ਹੈ। ਹੁਣ ਚਾਹੀਦਾ ਤੇ ਇਹ ਸੀ ਕਿ ਜੇ ਅਸੀਂ ਸੁਖੀ ਔਰ ਸ਼ਾਂਤ ਹੋਣਾ ਚਾਹੁੰਦੇ ਹਾਂ ਤੇ ਆਪਣੇ ਕਰਮ ਬਦਲੀਏ, ਜੀਵਨ ਦਾ ਢੰਗ ਬਦਲੀਏ। ਪਰ ਬੰਦਾ ਜੀਵਨ ਦਾ ਢੰਗ ਨਹੀਂ ਬਦਲਦਾ, ਸੁਖ ਪਾਣਾ ਚਾਹੁੰਦਾ ਹੈ। ਤਾਂ ਕਬੀਰ ਜੀ ਕਹਿ ਰਹੇ ਨੇ ਫਿਰ ਦੂਜੀ ਵਾਰੀ ਤੇ ਸੜਨਾ ਪਵੇਗਾ ਨਾ, ਕਿਉਂਕਿ ਕੰਮ ਤੇ ਫਿਰ ਉਹੀ ਕਰੀ ਜਾ ਰਹੇ ਹੋ। ਜੇ ਅੱਗ ਦੇ ਵਿੱਚ ਕੋਲੇ ਪੈਣਗੇ ਤੇ ਸੜਨਗੇ। ਤਾਂ ਇਸ ਲਈ ਕਬੀਰ ਜੀ ਕਹਿੰਦੇ ਨੇ ਜੰਗਲ ਦੀ ਲੱਕੜ ਵੀ ਪੁਕਾਰ ਕਰਦੀ ਹੈ ਕਿ ਮੈਂ ਦੁਬਾਰਾ ਅੱਗ ਦੇ ਵਿੱਚ ਨਾ ਸੜਾਂ। ਪਰ ਮਨੁੱਖਾ, ਤੂੰ ਕੈਸਾ ਹੈ ਕਿ ਤੂੰ ਬਾਰ-ਬਾਰ ਉਹਨਾਂ ਵਿਕਾਰਾਂ ਦੇ ਅੰਦਰ ਸੜ ਰਿਹਾ ਹੈ। ਜਿੱਥੋਂ ਤੈਨੂੰ ਇੱਕ ਵਾਰੀ ਨਮੋਸ਼ੀ ਹੋਈ ਹੈ, ਦੁੱਖ ਹੋਏ ਨੇ, ਮੁੜ-ਮੁੜ ਕੇ ਉਹੀ ਕਰਮ ਕਰੀ ਜਾ ਰਿਹਾ। ਭਗਤ ਰਵਿਦਾਸ ਜੀ ਨੇ ਬੜੇ ਪਿਆਰ ਨਾਲ ਸਮਝਾਇਆ ਨਾ, ਇਨ ਦੂਤਨ ਖਲ ਵੱਧ ਕਰ ਮਾਰਿਓ, ਕਿ ਇਹ ਜਿਹੜੇ 5 ਦੁਸ਼ਟ ਨੇ, ਵਿਕਾਰ ਨੇ, ਮੇਰੇ ਵੈਰੀ ਨੇ, ਇਹਨਾਂ ਨੇ ਮੈਨੂੰ ਜੀਵਨ ਦੇ ਹਰ ਕਦਮ ਤੇ ਬੰਨ ਕੇ ਮਾਰਿਆ, ਬੇਪਤ ਕੀਤਾ ਹੈ, ਦੁਖੀ ਕੀਤਾ ਹੈ। ਪਰ ਮੈਂ ਕੈਸਾ ਹਾਂ, ਬੜੋ ਨਿਲਾਜ, ਅਜਹੂ ਨਹੀਂ ਹਾਰਿਓ, ਮੈਂ ਇੰਨਾ ਬੇਸ਼ਰਮ ਹਾਂ ਕਿ ਮੈਂ ਹਾਲੇ ਵੀ ਥੱਕਿਆ ਨਹੀਂ ਵਿਕਾਰ ਕਮਾ ਕੇ। ਤਾਂ ਸਾਨੂੰ ਇਸ ਸ਼ਲੋਕ ਦੇ ਵਿੱਚੋਂ ਜੀਣ ਵਾਸਤੇ ਇਹ ਸਿਧਾਂਤ ਦਿੱਤਾ ਜਾ ਰਿਹਾ ਹੈ ਕਿ ਜੇ ਮੁੜ-ਮੁੜ ਕੇ ਵਿਕਾਰ ਕਰੋਗੇ ਤਾਂ ਮੁੜ-ਮੁੜ ਕੇ ਫਿਰ ਸੜਨਾ ਪਵੇਗਾ।
ਇਸ ਲਈ ਇਸ ਈਰਖਾ, ਦਵੇਸ਼, ਵੈਰ, ਵਿਰੋਧ ਦੀ ਪਾਈ ਅੱਗ ਤੋਂ ਬਚੋ, ਜਿਸ ਕਰਕੇ ਦੁਬਾਰਾ ਤੁਹਾਡੀ ਜ਼ਿੰਦਗੀ ਦੇ ਅੰਦਰ ਦੁੱਖ ਨਾ ਆਉਣ, ਚਿੰਤਾਵਾਂ, ਪਰੇਸ਼ਾਨੀਆਂ ਨਾ ਆਉਣ। ਤਾਂ ਹਰ ਜੀਵਨ ਦੇ ਅੰਦਰ ਇਹ ਪੋਸੀਬਿਲਿਟੀ ਹੈ ਕਿ ਜੇ ਉਹ ਔਗਣਾਂ ਦਾ ਤਿਆਗ ਕਰਕੇ ਗੁਣਾਂ ਦਾ ਧਾਰਨੀ ਹੋ ਜਾਏ ਤਾਂ ਦੁਬਾਰਾ ਦੁੱਖਾਂ ਦੇ ਅੰਦਰ ਸੜਨ ਤੋਂ ਉਹ ਬੰਦਾ ਬਚ ਸਕਦਾ ਹੈ। ਅਗਲਾ ਵਚਨ ਕਰ ਰਹੇ ਨੇ, ਕਬੀਰ ਏਕ ਮਰੰਤੇ ਦੋਏ ਮੂਏ, ਦੋਏ ਮਰੰਤ ਹੈ ਚਾਰ, ਚਾਰ ਮਰੰਤ ਹੈ ਛੇ ਮੂਏ, ਚਾਰ ਪੁਰਖ ਦੋਏ ਨਾਰ। ਹੁਣ ਜਦੋਂ ਅਸੀਂ ਇਸ ਸ਼ਲੋਕ ਦਾ ਅੱਖਰੀ ਅਰਥ ਕਰਾਂਗੇ ਤਾਂ ਅੱਖਰੀ ਅਰਥ ਇਹਦਾ ਇਹ ਹੀ ਬਣੇਗਾ ਕਿ ਇੱਕ ਮਰਨ ਦੇ ਨਾਲ ਦੋ ਮਰ ਗਏ, ਦੋ ਮਰਿਆਂ ਚਾਰ ਮਰ ਗਏ, ਚਾਰ ਮਰਨ ਦੇ ਨਾਲ 6 ਮਰ ਗਏ, ਚਾਰ ਬੰਦੇ ਮਰ ਗਏ ਤੇ ਦੋ ਔਰਤਾਂ ਮਰ ਗਈਆਂ। ਅੱਖਰੀ ਅਰਥ ਇਹੀ ਹੈ। ਜਿਹੜੇ ਇਹੋ ਜਿਹੇ ਭਾਵ ਅਰਥ ਵਾਲੇ ਸ਼ਬਦ ਹੁੰਦੇ ਨੇ, ਉਹਨਾਂ ਸ਼ਬਦਾਂ ਦੇ ਅਰਥ ਕਰਨ ਲੱਗਿਆਂ ਵਿਦਵਾਨਾਂ ਦੇ ਅੰਦਰ ਮਤਭੇਦ ਪੈਦਾ ਹੋ ਜਾਣੇ ਸੁਭਾਵਿਕ ਨੇ, ਕਿਉਂਕਿ ਕਿਸੇ ਨੇ ਕਿਸੇ ਐਂਗਲ ਤੋਂ ਸੋਚਣਾ ਹੈ, ਕਿਸੇ ਨੇ ਕਿਸੇ ਐਂਗਲ ਤੋਂ। ਹੁਣ ਇੱਥੇ ਜਿਹੜਾ ਬਿਲਕੁਲ ਸਹੀ ਮੀਨਿੰਗ ਹੈ ਉਹ ਤਾਂ ਭਗਤ ਕਬੀਰ ਜੀ ਹੀ ਦੱਸ ਸਕਦੇ ਨੇ ਕਿ ਉਹਨਾਂ ਨੇ ਕਿਹੜਾ ਭਾਵ ਲੈ ਕੇ ਇਹ ਸ਼ਬਦ ਉਚਾਰਨ ਕੀਤਾ ਹੈ। ਬਾਕੀ ਜੋ ਵਿਦਵਾਨ ਪੁਰਸ਼ਾਂ ਨੇ ਅਰਥ ਕੀਤੇ ਨੇ ਉਹਨਾਂ ਦੇ ਅਰਥਾਂ ਬਾਰੇ ਅਸੀਂ ਥੋੜੀ ਜਿਹੀ ਇੱਕ ਝਾਤ ਮਾਰ ਲੈਂਦੇ ਹਾਂ। ਜੋ ਸ਼੍ਰੋਮਣੀ ਕਮੇਟੀ ਵਾਲੇ ਅਰਥਾਂ ਦੇ ਵਿੱਚ ਜੋ ਲਿਖਿਆ ਗਿਆ ਹੈ ਉੱਥੇ ਕੁਝ ਇੱਕ ਕਹਾਣੀ ਜੋੜੀ ਹੈ, ਹੋਰ ਵੀ ਬਹੁਤ ਸਾਰੇ ਲੋਕਾਂ ਨੇ ਕਹਾਣੀ ਜੋੜੀ ਹੈ, ਤੇ ਉਹ ਕਹਾਣੀ ਇਹ ਹੈ ਕਿ ਇੱਕ ਸ਼ਿਕਾਰੀ ਸ਼ਿਕਾਰ ਕਰਨ ਵਾਸਤੇ ਗਿਆ ਹੈ, ਉਹਨੇ ਹਿਰਨ ਨੂੰ ਮਾਰਿਆ। ਹਿਰਨ ਦੇ ਪੇਟ ਵਿੱਚ ਦੋ ਬੱਚੇ ਨੇ। ਕਬੀਰ ਉਹ ਕਹਿੰਦੇ ਨੇ ਵੀ ਸਾਹਮਣੇ ਇੱਕ ਵੀਰ ਸ਼ਿਕਾਰੀ ਨੇ ਇੱਕ ਹਿਰਨੀ ਨੂੰ ਮਾਰਿਆ ਜਿਹਦੇ ਪੇਟ ਵਿੱਚ ਦੋ ਬੱਚੇ ਸਨ। ਇਹ ਦੋਵੇਂ ਬੱਚੇ ਤੜਫ ਤੜਫ ਕੇ ਮਰ ਗਏ। ਫਿਰ ਉਸ ਹਿਰਨੀ ਦਾ ਸੰਗੀ ਹਿਰਨ ਆਇਆ, ਉਹਨੂੰ ਵੀ ਸ਼ਿਕਾਰੀ ਨੇ ਮਾਰ ਦਿੱਤਾ ਤੇ ਥੱਲੋਂ ਸੱਪ ਨਿਕਲਿਆ, ਸ਼ਿਕਾਰੀ ਨੂੰ ਡੰਗ ਗਿਆ। ਸੱਪ ਦੇ ਡੰਗਣ ਦੇ ਨਾਲ ਸ਼ਿਕਾਰੀ ਵੀ ਮਰ ਗਿਆ ਤੇ ਉਹਦੇ ਵਿਯੋਗ ਦੇ ਵਿੱਚ ਉਹਦੀ ਵਹੁਟੀ ਵੀ ਮਰ ਗਈ। ਇਸ ਤਰ੍ਹਾਂ ਚਾਰ ਬੰਦੇ ਤੇ ਦੋ ਮਾਦਾ ਜੀਵ ਘਾਤ ਹੋਏ। ਇੱਕ ਕਹਾਣੀ ਜੋੜੀ ਗਈ ਹੈ, ਲੇਕਿਨ ਇਸ ਸ਼ਲੋਕ ਦਾ ਇਸ ਕਹਾਣੀ ਦੇ ਨਾਲ ਕੋਈ ਸੰਬੰਧ ਨਹੀਂ ਹੈ। ਇਹ ਕਹਾਣੀ ਉਹਨਾਂ ਨੇ ਜੋੜੀ ਹੈ ਜਿਨ੍ਹਾਂ ਨੂੰ ਜਦੋਂ ਕੋਈ ਅਰਥਾਂ ਦਾ ਨਾਂ ਨਾ ਪਤਾ ਲੱਗੇ ਤਾਂ ਉਦੋਂ ਫਿਰ ਕਹਾਣੀਆਂ ਲੋਕ ਜੋੜ ਲੈਂਦੇ ਨੇ। ਇਹ ਕਹਾਣੀਆਂ ਖਾਸ ਕਰਕੇ ਬਾਬੇ ਸੁਣਾਉਂਦੇ ਨੇ, ਇਸ ਲਈ ਇਹ ਕਹਾਣੀ ਦਾ ਸ਼ਲੋਕ ਦੇ ਨਾਲ ਕੋਈ ਸੰਬੰਧ ਨਹੀਂ। ਤੁਸੀਂ ਕਹੋਗੇ ਮੈਂ ਕਿਉਂ ਸੁਣਾ ਦਿੱਤੀ? ਉਹ ਇਸ ਕਰਕੇ ਕਿ ਜਿਵੇਂ ਤੁਹਾਨੂੰ ਪਤਾ ਲੱਗ ਜਾਏ ਕਿ ਕੁਝ ਲੋਕਾਂ ਨੇ ਇਹ ਕਹਾਣੀ ਜੋੜੀ ਹੋਈ ਹੈ। ਅੰਤਰੀਵ ਭਾਵ ਇਹਦੇ ਐਵੇਂ ਦੱਸੇ ਨੇ ਕਿ ਪਹਿਲਾਂ ਹੰਗਤਾ ਨੂੰ ਮਾਰਿਆ, ਜਿਸ ਵਿੱਚੋਂ ਪੈਦਾ ਹੋਏ ਬੱਚੇ ਰਾਗ ਤੇ ਦਵੈਖ ਵੀ ਮਾਰੇ ਗਏ। ਫਿਰ ਹੰਗਤਾ ਦਾ ਸਾਥੀ ਹੰਕਾਰ ਵੀ ਮਾਰਿਆ ਗਿਆ। ਫਿਰ ਮੌਤ ਦਾ ਡਰ ਸੱਪ ਨੇ ਮਨ ਨੂੰ ਵੀ ਮਾਰ ਦਿੱਤਾ। ਅੰਤ ਮਨ ਦੀ ਸਾਥਨ ਜਨਮ ਮਰਨ ਦੀ ਆਸਾ ਵਿੱਚ ਚਲਾਣਾ ਕਰ ਗਈ। ਇਹਨਾਂ ਵਿੱਚ ਚਾਰ ਮਨ, ਰਾਗ, ਦਵੈਖ, ਹੰਕਾਰ ਨਰ ਔਰ ਦੋ ਹੰਗਤਾ ਤੇ ਆਸਾ ਇਹ ਮਦੀਨ ਨੇ। ਇਹ ਅਰਥ ਜਿਹੜਾ ਹੈ, ਇਹ ਜਿਹੜੀ ਪੋਥੀ ਹੈ ਸ਼੍ਰੋਮਣੀ ਕਮੇਟੀ ਵਾਲੀ, ਉਹਨਾਂ ਨੇ ਇਹ ਚੀਜ਼ ਲਿਖੀ ਹੈ। ਇਸ ਤੋਂ ਇਲਾਵਾ ਇਸ ਸ਼ਬਦ ਦੇ ਜੋ ਹੋਰ ਅਰਥ ਨੇ ਉਹ ਵੀ ਕੁਝ ਲੋਕਾਂ ਨੇ ਲਿਖਣ ਦਾ ਜਿਹੜਾ ਹੈ ਯਤਨ ਕੀਤਾ ਹੈ, ਲੇਕਿਨ ਉਹ ਜਿਹੜੇ ਅਰਥ ਨੇ ਉਹ ਵੀ ਜਿਹੜੇ ਨੇ ਬਿਲਕੁਲ ਠੀਕ ਜਿਹੜੇ ਨੇ ਉਹ ਸਾਨੂੰ ਨਹੀਂ ਜਾਪਦੇ। ਇਸ ਲਈ ਹੁਣ ਭਗਤ ਭਾਈ ਸਾਹਿਬ ਜੀ ਜੋ ਅਰਥ ਕਰ ਰਹੇ ਨੇ, ਭਾਈ ਸਾਹਿਬ ਸਿੰਘ ਜੀ, ਇਹ ਅਰਥ ਸਾਰਿਆਂ ਦੇ ਨਾਲੋਂ ਚੰਗੇ ਔਰ ਵਧੀਆ ਨੇ। ਕਬੀਰ ਜੀ ਹੁਣ ਸਾਨੂੰ ਇੱਥੇ ਸਮਝਾ ਰਹੇ ਨੇ ਕਿ ਪ੍ਰਭੂ ਦੇ ਗੁਣ ਗਾਇਆ ਗੁਣਾਂ ਦਾ ਅੰਤ ਤਾਂ ਨਹੀਂ ਪੈ ਸਕਦਾ, ਪਰ ਇਸ ਸਿਫਤ ਸਲਾਹ ਦੀ ਬਰਕਤ ਦੇ ਨਾਲ ਮਨ ਮਰ ਜਾਂਦਾ ਹੈ। ਏਕ ਮਰੰਤੇ ਦੋਏ ਮੂਏ, ਮਨ ਮਰ ਜਾਂਦਾ ਹੈ। ਮਨ ਮਰਨ ਦਾ ਮਤਲਬ ਹੈ ਕਿ ਵਿਕਾਰਾਂ ਵੱਲੋਂ ਮਨ ਦੀ ਭੱਜ ਦੌੜ ਖਤਮ ਹੋ ਜਾਂਦੀ ਹੈ। ਮਨ ਦੀ ਭੱਜ ਦੌੜ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ ਵਿਕਾਰਾਂ ਵਾਲੇ ਪਾਸੇ ਭੱਜਣ ਤੋਂ। ਔਰ ਦੂਜੀ ਗੱਲ ਹੈ ਕਿ ਇਸ ਮਨ ਦੇ ਮਰਨ ਦੇ ਨਾਲ ਦੋ ਹੋਰ ਮਰ ਜਾਂਦੇ ਨੇ। ਇੱਕ ਇਹਦੇ ਮਰਨ ਦੇ ਨਾਲ ਇੱਕ ਹੋਰ ਮਰ ਜਾਂਦਾ ਹੈ, ਉਹ ਹੈ ਜਾਤੀ ਅਭਿਮਾਨ। ਤੇ ਇਹ ਦੋ ਮਰ ਗਏ, ਇੱਕ ਮਨ ਮਰ ਗਿਆ ਔਰ ਇੱਕ ਜਾਤੀ ਅਭਿਮਾਨ ਮਰ ਗਿਆ। ਮਨ ਔਰ ਜਾਤੀ ਅਭਿਮਾਨ ਦੇ ਮਰਨ ਦੇ ਨਾਲ ਫਿਰ ਦੋ ਹੋਰ ਮਰੇ। ਉਹ ਕਿਹੜਾ ਹੈ? ਦੇਹ ਅਧਿਆਸ ਔਰ ਜਿਹੜੀ ਹੈ ਤ੍ਰਿਸ਼ਨਾ। ਦੇਹ ਅਧਿਆਸ
ਔਰ ਤ੍ਰਿਸ਼ਨਾ ਜਿਹੜੀ ਸੀ ਉਹ ਵੀ ਮਾਰੇ ਗਏ। ਜਦੋਂ ਮਨ ਮਰਿਆ ਤੇ ਮਨ ਮਰਨ ਦੇ ਨਾਲ ਦੇ ਅਧਿਆਸ ਵਗੈਰਾ ਇਹ ਖਤਮ ਹੋਇਆ ਤੇ ਉਸ ਦੇ ਨਾਲ ਇਹ ਅਗਲੇ ਜਿਹੜੇ ਦੋ ਨੇ ਇਹ ਮਾਰੇ ਗਏ। ਹੁਣ ਅਗਲਾ ਬਚਨ ਭਾਈ ਸਾਹਿਬ ਜੀ ਸਾਨੂੰ ਸਮਝਾ ਰਹੇ ਨੇ ਕਰਕੇ ਕਿ ਇਹਨਾਂ ਦੇ ਮਰਨ ਦੇ ਨਾਲ ਦੋ ਮਰ ਗਏ ਤੇ ਅੱਗੇ ਹੈ 4 ਮਰਨ ਤੇ 6 ਮੂਏ। 4 ਮਰਨ ਦੇ ਨਾਲ 6 ਮਰ ਗਏ, ਯਾਨੀ 2 ਹੋਰ ਮਰ ਗਏ। 2 ਹੋਰ ਮਰੇ ਕੁਸੰਗ ਔਰ ਨਿੰਦਾ। ਤੇ ਇਹ ਜਿਹੜੇ ਸਾਰੇ ਨੇ ਇਹ ਸਾਰੇ ਦੇ ਸਾਰੇ 6 ਹੋ ਗਏ। ਤਾਂ ਹੁਣ ਭਗਤ ਕਬੀਰ ਜੀ ਦੇ ਇਸ ਪਾਵਨ ਸ਼ਲੋਕ ਦਾ ਜੋ ਕੇਂਦਰੀ ਭਾਵ ਹੈ ਉਹ ਜੋ ਭਾਈ ਸਾਹਿਬ ਸਿੰਘ ਜੀ ਸਾਨੂੰ ਦੱਸ ਰਹੇ ਨੇ, ਇਹ ਅਰਥ ਜਿਹੜਾ ਹੈ ਜ਼ਿਆਦਾ ਠੀਕ ਹੈ ਔਰ ਇਸੇ ਹੀ ਅਰਥ ਨੂੰ ਅਸੀਂ ਸਮਝਣ ਦਾ ਯਤਨ ਕਰਨਾ ਹੈ, ਕਿਉਂਕਿ ਪਿਛਲੇ ਜਿਹੜੇ ਸ਼ਲੋਕ ਨੇ ਉਹਨਾਂ ਦੇ ਅੰਦਰ ਭਾਈ ਸਾਹਿਬ ਨੇ ਬੜੇ ਪਿਆਰ ਦੇ ਨਾਲ ਸਾਨੂੰ ਸਮਝਾਇਆ ਹੈ। ਇਹਨਾਂ ਸ਼ਲੋਕਾਂ ਦਾ ਜਿਹੜਾ ਪਿਛਲਾ ਅਰਥ ਹੈ ਨਾ, ਉਹਦੇ ਨਾਲ ਜਦੋਂ ਅਸੀਂ ਜੁੜਨ ਦੀ ਟਰਾਈ ਕਰਾਂਗੇ ਤਾਂ ਸਾਨੂੰ ਇਹਦੇ ਵਿੱਚੋਂ ਬਹੁਤ ਕੁਝ ਮਿਲ ਜਾਏਗਾ। ਜਿਵੇਂ ਪਿਛਲੇ ਸ਼ਲੋਕ ਨੇ, ਉਹਨਾਂ ਸ਼ਲੋਕਾਂ ਦੇ ਅੰਦਰ ਸਾਨੂੰ ਇਹ ਮਿਲ ਜਾਂਦਾ ਹੈ ਅਰਥ ਜਿਹੜੇ ਨੇ ਕਿ ਜਿਹੜੇ ਪਿਛਲੇ ਸ਼ਲੋਕ ਨੇ ਉਹਨਾਂ ਦੇ ਵਿੱਚ ਅਲੱਗ-ਅਲੱਗ ਸ਼ਲੋਕਾਂ ਦੇ ਵਿੱਚ ਕੁਝ ਚੀਜ਼ਾਂ ਸਾਨੂੰ ਬੜੇ ਪਿਆਰ ਦੇ ਨਾਲ ਦੱਸੀਆਂ ਗਈਆਂ ਨੇ। ਮੈਂ ਉਹ ਆਪ ਦੇ ਨਾਲ ਥੋੜੀਆਂ ਜੀਆਂ ਸਾਂਝੀ ਕਰਦੇ ਹਾਂ। ਸ਼ਲੋਕ ਨੰਬਰ 82 ਇਹਦੇ ਵਿੱਚ ਜਿਹੜਾ ਹੈ ਉਹ ਜਾਤੀ ਅਭਿਮਾਨ ਦੱਸਿਆ ਹੋਇਆ ਹੈ ਕਿ ਜਾਤੀ ਜਿਹੜਾ ਅਭਿਮਾਨ ਹੈ ਨਾ ਉਹ ਖਤਮ ਹੁੰਦਾ ਹੈ। ਇਹ ਸ਼ਲੋਕ ਨੰਬਰ 82 ਦੇ ਵਿੱਚ ਆ ਚੁੱਕਾ ਹੈ। ਭਾਈ ਸਾਹਿਬ ਸਿੰਘ ਜੀ ਨੇ ਸ਼ਲੋਕ ਵਿੱਚ ਆਈ ਗਿਣਤੀ ਦੀ ਵਿਆਖਿਆ ਕਰਦਿਆਂ ਲਿਖਿਆ ਹੈ ਕਿ ਕਬੀਰ ਜੀ ਨੇ 6 ਆਖ ਕੇ ਸਿਰਫ ਇਸ਼ਾਰਾ ਕੀਤਾ ਹੈ, ਪਰ ਅਸਲ ਵਿੱਚ ਸ਼ਲੋਕ ਨੰਬਰ 80 ਤੋਂ ਲੈ ਕੇ 99 ਤੱਕ ਇਹਨਾਂ ਪੰਜਾਂ ਦਾ ਵੇਰਵਾ ਉਹ ਆਪ ਦੇ ਰਹੇ ਨੇ ਭਗਤ ਕਬੀਰ ਜੀ ਕਿ ਪ੍ਰਭੂ ਦੇ ਗੁਣ ਗਾਇਆ ਗੁਣਾਂ ਦਾ ਤਾਂ ਅੰਤ ਨਹੀਂ ਪੈਂਦਾ, ਪਰ ਸਿਫਤ ਸਲਾਹ ਦੀ ਬਰਕਤ ਦੇ ਨਾਲ ਮਨ ਮੁੰਨਿਆ ਜਾਂਦਾ ਹੈ, ਮਨ ਮਰ ਜਾਂਦਾ ਹੈ ਤੇ ਮਨ ਮਰਨ ਦੇ ਨਾਲ 5 ਹੋਰ ਮਰ ਜਾਂਦੇ ਨੇ। ਉਹ ਕਿਹੜੇ ਕਿਹੜੇ ਨੇ? ਜਾਤੀ ਅਭਿਮਾਨ, ਜੋ ਸ਼ਲੋਕ ਨੰਬਰ 82 ਦੇ ਵਿੱਚ ਦੱਸਿਆ ਗਿਆ ਹੈ। ਜਾਤ ਜੁਲਾਹਾ ਕਿਆ ਕਰੇ, ਜਾਂ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ, ਇਹ ਜਾਤੀ ਅਭਿਮਾਨ ਮਰ ਜਾਂਦਾ ਹੈ। ਸ਼ਲੋਕ ਨੰਬਰ 83, 84 ਔਰ 85 ਇਹਦੇ ਵਿੱਚ ਦੱਸਿਆ ਗਿਆ ਹੈ ਕਿ ਸਰੀਰਕ ਮੋਹ ਔਰ ਦੇ ਅਧਿਆਸ ਮਰ ਜਾਂਦਾ। ਜਿਵੇਂ ਅਸੀਂ ਪੜਿਆ ਨਾ, ਇਹ ਤਨ ਦੇਵੇ ਫੂਕ ਪਾਂਚੋਂ ਲੜਕਾ ਜਾਰ ਕੇ, ਇਹ ਚੀਜ਼ਾਂ ਦੱਸੀਆਂ ਗਈਆਂ ਨੇ। ਸ਼ਲੋਕ ਨੰਬਰ 86 ਦੇ ਅੰਦਰ ਦੱਸਿਆ ਹੈ ਕਿ ਭਟਕਣਾ ਔਰ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ। ਤੇ ਸ਼ਲੋਕ ਨੰਬਰ 88 ਦੇ ਵਿੱਚ ਦੱਸਿਆ ਹੈ ਕੁਸੰਗ, ਜਿਹੜਾ ਅਸੀਂ ਹੁਣੇ ਪੜਿਆ ਹੈ ਕੇਲੇ ਨਿਕਟ ਦੋ ਬੇਰ। ਤੇ ਸ਼ਲੋਕ ਨੰਬਰ 89 ਦੇ ਅੰਦਰ ਜਿਹੜਾ ਦੱਸਿਆ ਗਿਆ ਹੈ ਨਿੰਦਿਆ। ਤਾਂ ਇਹ ਜਿਹੜੀਆਂ 6 ਚੀਜ਼ਾਂ ਨੇ ਇਹ ਖਤਮ ਹੋ ਜਾਂਦੀਆਂ ਨੇ ਜਦੋਂ ਅਸੀਂ ਪ੍ਰਭੂ ਦੇ ਗੁਣਾਂ ਦੇ ਨਾਲ ਜੁੜਦੇ ਹਾਂ। ਇਹ ਜਿਹੜੇ ਵਿਕਾਰ ਨੇ ਇਹ 6 ਦੇ 6 ਖਤਮ ਹੋ ਜਾਂਦੇ ਨੇ। ਤਾਂ ਅਸੀਂ ਫਿਰ ਇਸ ਚੀਜ਼ ਨੂੰ ਰਿਪੀਟ ਕਰਦੇ ਹਾਂ ਮੈਂ ਕਿ ਪ੍ਰਭੂ ਦੇ ਗੁਣ ਗਾਇਆ ਗੁਣਾਂ ਦਾ ਅੰਤ ਤਾਂ ਨਹੀਂ ਪੈ ਸਕਦਾ, ਪਰ ਸਿਫਤ ਸਲਾਹ ਦੀ ਬਰਕਤ ਦੇ ਨਾਲ ਮਨ ਮਰ ਜਾਂਦਾ ਹੈ, ਯਾਨੀ ਮਨ ਵਿਕਾਰਾਂ ਵੱਲੋਂ ਹਟ ਜਾਂਦਾ ਹੈ। ਇਸ ਇੱਕ ਮਨ ਮਰਨ ਦੇ ਨਾਲ ਇੱਕ ਹੋਰ ਮਰ ਜਾਂਦਾ ਹੈ ਜਾਤੀ ਅਭਿਮਾਨ। ਮਨ ਔਰ ਜਾਤੀ ਅਭਿਮਾਨ ਮਰਨ ਦੇ ਨਾਲ 2 ਹੋਰ ਮਰ ਜਾਂਦੇ ਨੇ, ਦੇ ਅਧਿਆਸ ਔਰ ਤ੍ਰਿਸ਼ਨਾ, ਕੁੱਲ 4 ਹੋ ਗਏ। ਤੇ ਇਹ 4 ਮਰਨ ਦੇ ਨਾਲ 2 ਹੋਰ ਮਰ ਜਾਂਦੇ ਨੇ, ਇੱਕ ਕੁਸੰਗ ਤੇ ਇੱਕ ਨਿੰਦਿਆ। ਇਹ ਸਾਰੇ ਦੇ ਸਾਰੇ 6 ਜਿਹੜੇ ਵਿਕਾਰ ਨੇ ਉਹ ਮਰ ਜਾਂਦੇ ਨੇ। ਤਾਂ ਇਸ ਸ਼ਲੋਕ ਦਾ ਕੇਂਦਰੀ ਭਾਵ ਜਿਹੜਾ ਹੈ ਇਹ ਹੈ। ਹੁਣ ਵਿਦਵਾਨਾਂ ਦੇ ਜੋ ਅਰਥਾਂ ਦੇ ਅੰਦਰ ਫਰਕ ਨੇ ਉਹ ਇਸ ਕਰਕੇ ਨੇ ਕਿ ਜੋ ਸ਼ਬਦ ਗੁੱਝੇ ਭਾਵ ਦੇ ਅੰਦਰ ਪ੍ਰਗਟ ਕੀਤੇ ਗਏ ਨੇ ਉਹਨਾਂ ਵਾਸਤੇ ਹਰ ਇੱਕ ਦੀ ਆਪਣੀ ਇੱਕ ਵੱਖਰੀ ਵਿਚਾਰਧਾਰਾ ਹੈ। ਹੁਣ ਅਸਲ ਦੇ ਅੰਦਰ ਭਗਤ ਕਬੀਰ ਜੀ ਕੀ ਕਹਿਣਾ ਚਾਹੁੰਦੇ ਨੇ ਇਹ ਤਾਂ ਭਗਤ ਕਬੀਰ ਜੀ ਹੀ ਕਹਿ ਸਕਦੇ ਹਨ, ਲੇਕਿਨ ਜਦੋਂ ਅਸੀਂ ਉਹਨਾਂ ਦੇ ਸ਼ਲੋਕਾਂ ਦੀ ਪਿਛਲੀ ਪੜਤੋਲ ਕਰਦੇ ਹਾਂ ਪੜਚੋਲ, ਤਾਂ ਉਹਦੇ ਚੋਂ ਸਾਨੂੰ ਸਪਸ਼ਟ ਨਜ਼ਰੀ ਪੈਂਦਾ ਹੈ ਕਿ ਜਦੋਂ ਅਸੀਂ ਪ੍ਰਭੂ ਦੇ ਗੁਣਾਂ ਦੇ ਨਾਲ ਜੁੜਦੇ ਹਾਂ, ਇੱਕ ਮਨ ਨੂੰ ਮਾਰਦੇ ਹਾਂ, ਆਪਣੀ ਸੋਚ ਨੂੰ ਬਦਲਦੇ ਹਾਂ, ਤਾਂ ਫਿਰ ਸਾਡੀ ਸੋਚ ਦੇ ਅੰਦਰੋਂ ਇਹ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਖਤਮ ਹੋ ਜਾਂਦੀਆਂ ਨੇ। ਅਗਲਾ ਵਿਚਾਰ, ਕਬੀਰ ਦੇਖ ਦੇਖ ਜਗ ਢੂੰਡਿਆ, ਕਹੂੰ ਨਾ ਪਾਇਆ ਠੌਰ, ਜਿਨ ਹਰ ਕਾ ਨਾਮ ਨਾ ਚੇਤਿਓ, ਕਹਾਂ ਭੁਲਾਨੇ ਔਰ। ਕਬੀਰ ਦੇਖ ਦੇਖ ਜਗ ਢੂੰਡਿਆ। ਦੇਖ ਦੇਖ ਦਾ ਮਤਲਬ ਮੁੜ ਮੁੜ ਕੇ,
ਢੂੰਡਿਆ ਦਾ ਮਤਲਬ ਮੈਂ ਖੋਜ ਪੜਤਾਲ ਕੀਤੀ, ਮੈਂ ਚੰਗੀ ਤਰ੍ਹਾਂ ਵਿਚਾਰਿਆ, ਮੁੜ ਮੁੜ ਕੇ ਭਾਲ ਕੀਤੀ, ਮੁੜ ਮੁੜ ਕੇ ਢੂੰਡਿਆ। ਦੇਖ ਦੇਖ ਦਾ ਮਤਲਬ ਵਿਚਾਰ ਵਿਚਾਰ ਕੇ, ਵੇਖ ਵੇਖ ਕੇ, ਮੁੜ ਮੁੜ ਕੇ, ਪਰਖ ਪਰਖ ਕੇ। ਕਹੂੰ ਨਾ ਪਾਇਆ ਠੌਰ, ਠੌਰ ਦਾ ਮਤਲਬ ਟਿਕਾਣਾ। ਮੈਨੂੰ ਕੋਈ ਐਸਾ ਟਿਕਾਣਾ ਨਹੀਂ ਮਿਲਿਆ ਕਿ ਜਿੱਥੇ ਮਨ ਭਟਕਣ ਤੋਂ ਹਟ ਜਾਏ, ਮਨ ਦੌੜਨ ਤੋਂ ਹਟ ਜਾਏ, ਮਨ ਕਿਤੇ ਟਿਕ ਜਾਏ, ਮਨ ਨੂੰ ਸ਼ਾਂਤੀ ਮਿਲ ਜਾਏ, ਸੁਖ ਮਿਲ ਜਾਏ। ਮੈਂ ਬਹੁਤ ਖੋਜ ਖੋਜ ਕੇ ਵੇਖਿਆ। ਔਰ ਗੁਰਬਾਣੀ ਨੂੰ ਜਦੋਂ ਪੜ੍ਹੋਗੇ ਤੇ ਸਾਰੀ ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਕਿੰਨੇ ਲੋਕਾਂ ਨੇ ਖੋਜ ਖੋਜ ਕੇ ਵੇਖਿਆ ਹੈ, ਪਰ ਉਹਨਾਂ ਕੰਮਾਂ ਦੇ ਅੰਦਰ ਟਿਕਾਣਾ ਨਹੀਂ ਮਿਲਿਆ, ਮਨ ਟਿਕਿਆ ਨਹੀਂ। ਪਾਠ ਪੜ੍ਹਿਓ, ਹੁਣੇ ਲੋਕ ਪਾਠ ਪੜ੍ਹ ਪੜ੍ਹ ਕੇ ਵੇਖ ਗਏ ਨਾ, ਕਿੰਨੇ ਲੋਕ ਨੇ ਜੋ ਪਾਠ ਪੜ੍ਹ ਰਹੇ ਨੇ, ਚਾਹੇ ਉਹ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਕੋਈ ਵੀ ਨੇ, ਆਪਣੇ ਆਪਣੇ ਧਰਮ ਗ੍ਰੰਥਾਂ ਦਾ ਪਠਨ ਪਾਠਨ ਕਰ ਰਹੇ ਨੇ ਨਾ। ਤੇ ਸਾਡਾ ਸਵਾਲ ਫਿਰ ਹੁੰਦਾ ਹੈ ਕਿ ਅਸੀਂ ਜਦੋਂ ਪਾਠ ਪੜ੍ਹਨ ਬੈਠਦੇ ਹਾਂ ਤੇ ਮਨ ਨਹੀਂ ਟਿਕਦਾ, ਮਨ ਦਾ ਕੋਈ ਏਮ ਨਹੀਂ। ਵੇਦ ਵਿਚਾਰਿਓ, ਵੇਦਾਂ ਦੀ ਵਿਚਾਰ ਕਰ ਵੇਖੀ, ਮਨ ਨਹੀਂ ਨਾ ਟਿਕਿਆ। ਨਿਵਲ ਭੁੰਗਮ ਸਾਧੇ, ਨਿਉਲੀ ਕਰਮ ਕਰ ਵੇਖੇ। ਜਿਵੇਂ ਨਿਉਲੀ ਕਰਮ ਹੁੰਦਾ ਹੈ ਕਿ ਆਂਦਰਾਂ ਨੂੰ ਸਾਫ਼ ਕਰਕੇ ਨਾ, ਫਿਰ ਪੇਟ ਨੂੰ ਅੰਦਰ ਨੂੰ ਖਿੱਚ ਕੇ ਤੇ ਉਸ ਪੇਟ ਨੂੰ ਘੁਮਾਣਾ, ਜਿਵੇਂ ਬਾਬਾ ਰਾਮਦੇਵ ਜੀ ਘੁਮਾਉਂਦੇ ਨੇ। ਨਿਉਲੀ ਕਰਮ ਕਰਕੇ ਵੇਖ ਲੈ, ਮਨ ਨਹੀਂ ਨਾ ਟਿਕਿਆ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁੰਗਮ ਸਾਧੇ, ਪੰਚ ਜਨਾ ਸੁਸੰਗ ਨਾ ਛੁਟਕਿਓ। ਜਿੰਨੇ ਵੀ ਤੁਸੀਂ ਧਾਰਮਿਕ ਲੋਕ ਵੇਖੋਗੇ, ਐਸੇ ਬਹੁਤੇ ਜਿਹੜੇ ਨੇ, ਉਹਨਾਂ ਦੇ ਅੰਦਰੋਂ ਵਿਕਾਰਾਂ ਦਾ ਸਾਥ ਤੇ ਛੁੱਟਿਆ ਨਹੀਂ। ਮੋਨ ਪਇਓ ਕਰਪਾਤੀ ਰਹਿਓ, ਨਗਨ ਫਿਰਿਓ ਬਨਮਾਹੀ। ਮੋਨੀ ਬਾਬੇ ਤੁਸੀਂ ਵੇਖ ਲਓ, ਹੱਥਾਂ ਤੇ ਪ੍ਰਸ਼ਾਦੇ ਮੰਗਣ ਵਾਲੇ ਵੇਖ ਲਓ, ਔਰ ਨੰਗੇ ਹੋ ਕੇ ਨਾਂਗੇ ਸਾਧਾਂ ਨੂੰ ਤੁਸੀਂ ਵੇਖ ਲਓ ਵਿਚਰਦਿਆਂ ਹੋਇਆਂ, ਕਿਤੇ ਮਨ ਨੂੰ ਟਿਕਾਵ ਨਹੀਂ ਆਇਆ। ਦੇਸ਼ ਛੋੜ ਪਰਦੇਸੈਂ ਧਾਇਆ, ਪੰਜ ਚੰਡਾਲ ਨਾਲੇ ਲੈ ਆਇਆ। ਹੁਣ ਤੁਸੀਂ ਧਾਰਮਿਕ ਕਰਮ ਕਰਦੇ ਵੇਖੋ, ਲੋਕ ਵਰਤ ਰੱਖ ਰਹੇ ਨੇ, ਸ਼ਰਾਧਾ ਕਰ ਰਹੇ ਨੇ, ਨਰਾਤੇ ਕਰ ਰਹੇ ਨੇ, ਤੀਰਥਾਂ ਤੇ ਜਾ ਰਹੇ ਨੇ, ਪਾਠ ਪੂਜਾ ਕਰ ਰਹੇ ਨੇ, ਦਾਨ ਪੁੰਨ ਕਰ ਰਹੇ ਨੇ, ਦਸਮ ਦੁਆਰ ਵਿੱਚ ਪ੍ਰਾਨ ਚੜਾ ਰਹੇ ਨੇ, ਸਮਾਧੀਆਂ ਲਾ ਰਹੇ ਨੇ, ਪੁੱਠੇ ਸਿੱਧੇ ਸਾਹ ਲੈ ਰਹੇ ਨੇ, ਪੁੰਨ ਦਾਨ ਕਰਦੇ ਨੇ। ਕਿਤੇ ਮਨ ਨੂੰ ਟਿਕਾਵ ਆਇਆ? ਇਹਨਾਂ ਕੰਮਾਂ ਨਾਲ ਨਹੀਂ ਆਇਆ। ਤਾਂ ਕਬੀਰ ਜੀ ਕਹਿੰਦੇ ਨੇ ਕਿ ਮੈਂ ਬੜੀ ਮਿਹਨਤ ਨਾਲ ਸਾਰਾ ਜਗਤ ਢੂੰਡ ਪਰਖ ਕੇ ਵੇਖਿਆ ਹੈ, ਕਿਤੇ ਐਸਾ ਥਾਂ ਨਹੀਂ ਲੱਭਾ ਕਿ ਜਿੱਥੇ ਮਨ ਨੂੰ ਟਿਕਾਵ ਮਿਲੇ, ਮਨ ਨੂੰ ਸ਼ਾਂਤੀ ਮਿਲੇ। ਹੁਣ ਇਹਦਾ ਕਾਰਨ ਦੱਸ ਰਹੇ ਨੇ ਕਿ ਨਾ ਟਿਕਣ ਦਾ ਕਾਰਨ ਕੀ ਹੈ, ਔਰ ਇਹਦੇ ਵਿੱਚੋਂ ਹੀ ਸਾਨੂੰ ਟਿਕਣ ਦੀ ਜਾਂਚ ਵੀ ਦੱਸ ਰਹੇ ਨੇ ਕਿ ਮਨ ਵਿੱਚ ਟਿਕਾਵ ਕਿਵੇਂ ਆ ਸਕਦਾ ਹੈ, ਸ਼ਾਂਤੀ ਕਿਵੇਂ ਆ ਸਕਦੀ ਹੈ। ਹੁਣ ਕਬੀਰ ਜੀ ਕਹਿੰਦੇ ਨੇ, ਜਿਨ ਹਰ ਕਾ ਨਾਮ ਨਾ ਚੇਤਿਓ। ਚੇਤਿਓ ਦਾ ਮਤਲਬ ਚੇਤੇ ਨਹੀਂ ਰੱਖਿਆ, ਤੇ ਨਾਮ ਦਾ ਮਤਲਬ ਹੈ ਹੁਕਮ, ਰੱਬੀ ਗੁਣ। ਜਿਨ੍ਹਾਂ ਦੇ ਮਨ ਦੇ ਅੰਦਰ ਰੱਬੀ ਹੁਕਮ ਨਹੀਂ ਚੇਤੇ, ਜਿਨ੍ਹਾਂ ਨੂੰ ਇਹ ਚੇਤੇ ਹੀ ਨਹੀਂ ਕਿ ਹੁਕਮ ਦੇ ਵਿੱਚ ਤੁਰਨਾ ਹੈ, ਰੱਬੀ ਗੁਣਾਂ ਦੇ ਨਾਲ ਜੁੜਨਾ ਹੈ, ਕਹਾਂ ਭੁਲਾਨੇ ਔਰ ਉਹ ਹੋਰ ਕਿੱਥੇ ਭੁੱਲੇ ਫਿਰਦੇ ਨੇ। ਭਾਵ ਕਿ ਹੋਰ ਕਿਸੇ ਵੀ ਥਾਂ ਤੇ ਤੁਸੀਂ ਭਟਕਦੇ ਫਿਰੋ, ਜੋ ਮਰਜ਼ੀ ਕਰਮ ਕਰ ਲਓ, ਪਰ ਜੇ ਤੁਹਾਡੀ ਜ਼ਿੰਦਗੀ ਹੁਕਮ ਅਨੁਸਾਰ ਨਹੀਂ ਹੈ ਤਾਂ ਮਨ ਟਿਕੇਗਾ ਨਹੀਂ। ਹੁਕਮ ਦਾ ਮਤਲਬ ਸਿਸਟਮ, ਲਾ ਆਫ ਨੇਚਰ, ਔਰ ਰੱਬੀ ਗੁਣ। ਜਦੋਂ ਤੱਕ ਆਪਣੀ ਸੁਰਤ ਨੂੰ ਅਸੀਂ ਗੁਣਾਂ ਦੇ ਨਾਲ ਨਹੀਂ ਜੋੜਦੇ, ਮਨ ਬਚਨ ਕਰਮ ਕਰਕੇ ਸ਼ੁਭ ਗੁਣਾਂ ਦੇ ਧਾਰਨੀ ਨਹੀਂ ਹੁੰਦੇ, ਉਦੋਂ ਤੱਕ ਮਨ ਦੇ ਅੰਦਰੋਂ ਭਟਕਣਾ ਨਹੀਂ ਮਿਟੇਗੀ, ਸ਼ਾਂਤੀ ਨਹੀਂ ਮਿਲੇਗੀ। ਇਸ ਲਈ ਜੇ ਅਸੀਂ ਸੱਚ ਨਹੀਂ ਬੋਲਦੇ, ਅਸੀਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸਾ, ਤ੍ਰਿਸ਼ਨਾ, ਚੁਗਲੀ, ਨਿੰਦਾ, ਝੂਠ, ਫਰੇਬ, ਚੋਰੀਆਂ, ਯਾਰੀਆਂ, ਬੇਈਮਾਨੀਆਂ, ਠੱਗੀਆਂ, ਪਹਿਨਾਮੀਆਂ, ਪਾਪ, ਅਪਰਾਧ, ਮੇਰ, ਤੇਰ, ਭਰੂਣ ਹੱਤਿਆ, ਜਾਤੀਵਾਦ, ਲੜਾਈ, ਦੰਗੇ, ਫਸਾਦ ਸਾਡੀ ਸੁਰਤ ਵਿੱਚ ਤੇ ਇਹ ਨੇ। ਤੇ ਬਾਹਰੋਂ ਅਸੀਂ ਤੀਰਥਾਂ ਤੇ ਡੁਬਕੀਆਂ ਲਾ ਰਹੇ ਹਾਂ, ਸਵੇਰੇ ਪਾਠ ਕਰ ਰਹੇ ਹਾਂ, ਮਾਲਾ ਫੇਰ ਰਹੇ ਹਾਂ, ਸਮਾਧੀਆਂ ਲਾ ਰਹੇ ਹਾਂ, ਤਾਂ ਕੁਝ ਬਣਨ ਵਾਲਾ ਨਹੀਂ ਹੈ। ਇਸ ਲਈ ਲੋੜ ਹੈ ਹੁਕਮ ਨੂੰ ਸਮਝਣ ਦੀ। ਨਾਮ ਦਾ ਮਤਲਬ ਹੁਕਮ। ਹਰ ਚੀਜ਼ ਸਿਸਟਮ ਦੇ ਅੰਦਰ ਹੈ, ਹਰ ਚੀਜ਼ ਦੀ ਕੋਈ ਰਿਕੁਆਇਰਮੈਂਟ ਹੁੰਦੀ ਹੈ। ਸੁਖ ਔਰ ਸ਼ਾਂਤੀ ਦੀ ਵੀ ਕੋਈ ਰਿਕੁਆਇਰਮੈਂਟ ਹੈ। ਜੇ ਮੈਂ ਚਾਹਨਾ ਕਿ ਮੈਂ ਸ਼ਾਂਤ ਰਹਾਂ, ਮੇਰੇ ਜੀਵਨ ਵਿੱਚ ਖੁਸ਼ੀ ਆਵੇ, ਤਾਂ ਇਹਦੀ ਰਿਕੁਆਇਰਮੈਂਟ ਹੈ ਕਿ ਮੇਰੇ ਅੰਦਰ ਸੰਤੋਖ ਹੋਣਾ ਚਾਹੀਦਾ ਹੈ, ਮੇਰੇ ਅੰਦਰ ਸੱਚਾਈ ਹੋਣੀ ਚਾਹੀਦੀ ਹੈ, ਮੇਰੇ ਬੋਲਾਂ ਵਿੱਚ ਮਿਠਾਸ ਹੋਵੇ, ਮੇਰਾ ਬਿਹੇਵੀਅਰ ਜਿਹੜਾ ਹੈ ਉਹ ਪਾਰਦਰਸ਼ੀ ਹੋਵੇ, ਮੇਰੀ ਜਿਹੜੀ ਕਿਰਤਕਾਰ ਹੈ ਉਹ ਦਸਾਂ ਨਵਾਂ ਦੀ ਕਿਰਤ ਹੋਵੇ, ਮੈਂ ਆਪਣੇ ਪੈਰਾਂ ਤੇ ਆਪ ਖਲੋਤਾ ਹੋਵਾਂ। ਇਹ ਸ਼ਾਂਤੀ ਵਾਸਤੇ ਰਿਕੁਆਇਰਮੈਂਟ ਹੈ ਨਾ। ਹੁਣ ਮੈਂ ਇਹ ਰਿਕੁਆਇਰਮੈਂਟ ਤੇ ਪੂਰੀ ਨਾ ਕਰਾਂ
ਠੱਗੀਆਂ ਮਾਰਾਂ, ਬੋਲ ਕ੍ਰੋਧ ਵਾਲੇ ਬੋਲਾਂ, ਲੋਕਾਂ ਦੇ ਨਾਲ ਈਰਖਾ ਕਰਾਂ ਤੇ ਜਾ ਕੇ ਤੀਰਥਾਂ ਤੇ ਨਹਾਵਾਂ, ਜਾਂ ਕਿਸੇ ਧਰਮ ਮੰਦਿਰ ਵਿੱਚ ਕੋਈ 100 ਪੌਂਡ ਚੜਾਵਾਂ, ਤਾਂ 100 ਪੌਂਡ ਚੜਾਉਣ ਦੇ ਨਾਲ ਸ਼ਾਂਤੀ ਥੋੜਾ ਮਿਲ ਜਾਣੀ। ਇਸ ਲਈ ਕਬੀਰ ਜੀ ਕਹਿੰਦੇ ਨੇ, ਜਿਨ ਹਰ ਕਾ ਨਾਮ ਨਾ ਚੇਤਿਓ, ਜਿਨ੍ਹਾਂ ਨੇ ਰੱਬੀ ਹੁਕਮ ਨੂੰ ਚੇਤੇ ਨਹੀਂ ਰੱਖਿਆ, ਰੱਬੀ ਗੁਣ ਜਿਨ੍ਹਾਂ ਦੇ ਹਿਰਦੇ ਵਿੱਚ ਨਹੀਂ, ਉਹ ਕਿੱਥੇ ਭੁੱਲੇ ਫਿਰਦੇ ਨੇ, ਉਹਨਾਂ ਨੂੰ ਕਿਤੇ ਟਿਕਾਣਾ ਨਹੀਂ ਮਿਲੇਗਾ। ਤਾਂ ਇੱਥੇ ਸਾਨੂੰ ਸਮਝਾਇਆ ਜਾ ਰਿਹਾ ਹੈ, ਜ਼ਿੰਦਗੀ ਜੀਣ ਲਈ ਇੱਕ ਢੰਗ ਦੱਸ ਰਹੇ ਨੇ ਕਿ ਤੁਸੀਂ ਪਰਖ ਕੇ ਵੇਖ ਲਓ ਚਾਰ ਚੁਫੇਰੇ, ਲੋਕਾਂ ਦੀ ਜ਼ਿੰਦਗੀ ਵੇਖ ਲਓ, ਤੀਰਥਾਂ ਤੇ ਨਹਾਉਣ ਵਾਲਿਆਂ ਦੀ, ਵਰਤ ਨਰਾਤੇ ਸਰਾਧ ਕਰਨ ਵਾਲਿਆਂ ਦੀ, ਪਾਠ ਪੂਜਾ ਕਰਨ ਔਰ ਕਰਾਉਣ ਵਾਲਿਆਂ ਦੀ, ਜੋਤ ਕੁੰਭਾ ਨਾਰੀਅਲ ਧਰਨ ਵਾਲਿਆਂ ਦੀ ਔਰ ਹੋਰ ਕੰਮ ਕਰਨ ਵਾਲਿਆਂ ਦੀ ਜ਼ਿੰਦਗੀ ਵੇਖ ਲਓ। ਉਹਨਾਂ ਦੇ ਜੀਵਨ ਵਿੱਚ ਸ਼ਾਂਤੀ ਨਹੀਂ, ਬਹੁਤਿਆਂ ਦੇ ਜਿਨ੍ਹਾਂ ਦੇ ਜੀਵਨ ਵਿੱਚ ਗੁਣ ਨਹੀਂ। ਇਹ ਤੇ ਹੋਊਗੀ ਦੂਜੇ ਲੋਕਾਂ ਦੀ ਗੱਲ। ਹੁਣ ਆਪਣਾ ਜਾਤੀ ਤਜਰਬਾ ਵੇਖ ਲਓ, ਆਪਣੀ ਸੈਲਫ ਐਨਾਲਿਸਿਸ ਕਰਕੇ ਦੇਖੋ ਕਿ ਅਸੀਂ ਇਹ ਕੰਮ ਕਰ ਕਰਕੇ ਇਹਨਾਂ ਕੰਮਾਂ ਚੋਂ ਸਾਨੂੰ ਸ਼ਾਂਤੀ ਮਿਲੀ ਹੈ? ਬਿਲਕੁਲ ਵੀ ਨਹੀਂ ਮਿਲੀ। ਤੇ ਫਿਰ ਜਦੋਂ ਦੇਖੋਗੇ ਨਾ ਕਿ ਜਦੋਂ ਅਸੀਂ ਗੁਣਾਂ ਦੇ ਧਾਰਨੀ ਸਾਂ, ਜਦੋਂ ਸਾਡੇ ਬੋਲ ਮਿੱਠੇ ਸਨ, ਕਿਤੇ ਜਾ ਕੇ ਸਾਡਾ ਵਿਹਾਰ ਚੰਗਾ ਸੀ, ਜਦੋਂ ਅਸੀਂ ਕਿਸੇ ਦੀ ਹੈਲਪ ਕੀਤੀ ਸੀ, ਉਦੋਂ ਅਸੀਂ ਸ਼ਾਂਤ ਸੀ। ਤਾਂ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਵੀ ਰੱਬੀ ਗੁਣਾਂ ਦੇ ਨਾਲ ਜੁੜਨ ਤੋਂ ਬਿਨਾਂ ਕਦੇ ਵੀ ਜ਼ਿੰਦਗੀ ਵਿੱਚ ਸ਼ਾਂਤੀ ਨਹੀਂ ਆ ਸਕਦੀ, ਜਿਤਨੇ ਮਰਜ਼ੀ ਕਰਮ ਕਾਂਡ ਕਰੀ ਜਾਓ। ਅਗਲਾ ਬਚਨ ਕਰਦੇ ਨੇ, ਕਬੀਰ ਸੰਗਤ ਕਰੀਏ ਸਾਧ ਕੀ, ਅੰਤ ਕਰੇ ਨਿਰਵਾਹ, ਸਾਕਤ ਸੰਗ ਨਾ ਕੀਜੀਏ ਜਾਤੇ ਹੋਏ ਬਿਨਾ। ਇੱਥੇ ਸਾਧ ਦਾ ਅਰਥ ਕੀ ਹੈ ਜੀ? ਜਦੋਂ ਤੁਸੀਂ ਬੋਲ ਕੇ ਦੱਸੋਗੇ ਤੇ ਮੈਨੂੰ ਪਤਾ ਲੱਗ ਜਾਏਗਾ। ਇਸੇ ਤਰ੍ਹਾਂ ਮਿਊਟ ਰਹਿ ਕੇ ਹੀ ਬੋਲੋਗੇ, ਮੈਨੂੰ ਤੁਹਾਡੇ ਚਿਹਰੇ ਤੋਂ ਪਤਾ ਲੱਗ ਜਾਏਗਾ। ਸਾਧ ਦਾ ਮੀਨਿੰਗ ਕੀ ਹੈ ਜੀ? ਗੁਰੂ। ਸਾਧ ਦਾ ਮੀਨਿੰਗ ਹੈ ਗੁਰੂ, ਕਿਉਂਕਿ ਇੱਥੇ ਸਾਧ ਦਾ ਮਤਲਬ ਕੋਈ ਚੋਲੇ ਵਾਲਾ ਬਾਬਾ ਨਹੀਂ ਹੈ। ਇਹ ਚੀਜ਼ ਪੱਕੇ ਤੌਰ ਤੇ ਬੰਨ ਲੈਣੀ ਹੈ ਕਿ ਜਿਹੜੇ ਸਾਡੇ ਚੋਲਿਆਂ ਵਾਲੇ ਬਾਬੇ ਨੇ ਜਾਂ ਕਿਸੇ ਇਹੋ ਜਿਹੇ ਬੰਦੇ ਵਾਸਤੇ ਸਾਧ ਸੰਤ ਸ਼ਬਦ ਗੁਰਬਾਣੀ ਵਿੱਚ ਨਹੀਂ ਵਰਤਿਆ, ਕਿਉਂਕਿ ਸਾਧ ਜਿਹੜਾ ਹੈ ਕਿਸੇ ਪਹਿਨਾਵੇ ਦਾ ਮੁਤਾਜ ਨਹੀਂ ਹੈ। ਇੱਥੇ ਸਾਧ ਦਾ ਮਤਲਬ ਹੈ ਗੁਰੂ। ਅੰਤ ਕਰੇ ਨਿਰਵਾਹ, ਨਿਰਵਾਹ ਦਾ ਮਤਲਬ ਹੈ ਸਾਥ ਦੇਂਦਾ ਹੈ। ਸਾਕਤ ਸੰਗ ਨਾ ਕੀਜੀਏ, ਸਾਕਤ ਦਾ ਮਤਲਬ ਰੱਬ ਨਾਲੋਂ ਜਿਹੜਾ ਟੁੱਟਿਆ ਹੋਇਆ ਹੈ, ਜੋ ਰੱਬੀ ਗੁਣਾਂ ਦੇ ਧਾਰਨੀ ਨਹੀਂ, ਰੱਬੀ ਰਜ਼ਾ ਵਿੱਚ ਨਹੀਂ ਤੁਰਦਾ। ਜਾਤੇ ਹੋਏ ਬਿਨਾਂ ਦਾ ਮਤਲਬ ਹੈ ਵਿਨਾਸ਼, ਨਾਸ ਹੋਣਾ ਕਿਸੇ ਚੀਜ਼ ਦਾ। ਤਾਂ ਕਬੀਰ ਜੀ ਹੁਣ ਸਾਨੂੰ ਇੱਕ ਰਾਸਤਾ ਦੇ ਰਹੇ ਨੇ ਕਿ ਸੰਗਤ ਕਰੀਏ ਸਾਧ ਕੀ, ਗੁਰੂ ਦੀ ਸੰਗਤ ਕਰਨੀ ਚਾਹੀਦੀ ਹੈ, ਗੁਰੂ ਦੀ ਸ਼ਰਨ ਵਿੱਚ ਰਹਿਣਾ ਚਾਹੀਦਾ ਹੈ। ਤੇ ਗੁਰੂ ਦੀ ਸੰਗਤ ਕੀਤਿਆਂ ਕੀ ਹੋਏਗਾ? ਅੰਤ ਕਰੇ ਨਿਰਵਾਹ। ਅੰਤ ਦਾ ਮਤਲਬ ਅੰਤ ਤੱਕ ਸਾਰਾ ਜੀਵਨ ਗੁਰੂ ਦੀ ਸੰਗਤ ਜਿਹੜੀ ਹੈ ਇਹ ਸਾਥ ਤੋੜ ਨਿਭਦਾ ਹੈ। ਗੁਰੂ ਦੀ ਸ਼ਰਨ ਵਿੱਚ ਰਹਾਂਗੇ ਤਾਂ ਗੁਰੂ ਦੀ ਸ਼ਰਨ ਵਿੱਚ ਰਹਿਣ ਦੇ ਨਾਲ ਜਿਹੜੇ ਸਾਨੂੰ ਗੁਣ ਮਿਲਣਗੇ, ਜੋ ਵੇ ਆਫ ਲਾਈਫ ਮਿਲੇਗਾ, ਉਹ ਵੇ ਆਫ ਲਾਈਫ ਸਾਡਾ ਸਾਰੀ ਜ਼ਿੰਦਗੀ ਸਾਥ ਦੇਵੇਗਾ। ਜਿੱਥੇ ਵੀ ਜਾਓਗੇ, ਚਾਹੇ ਇੰਡੀਆ ਵਿੱਚ ਰਹੋ, ਪਾਕਿਸਤਾਨ ਰਹੋ, ਕੈਨੇਡਾ ਅਮਰੀਕਾ ਰਹੋ, ਇੰਗਲੈਂਡ ਰਸ਼ੀਆ ਰਹੋ, ਕਿਤੇ ਵੀ ਜਿੱਥੇ ਵੀ ਜਾਓਗੇ, ਉੱਥੇ ਉਹ ਗੁਰੂ ਦੇ ਦਿੱਤੇ ਹੋਏ ਗੁਣ ਤੁਹਾਡੇ ਨਾਲ ਜਾਣਗੇ। ਗੁਰੂ ਦਾ ਦਿੱਤਾ ਹੋਇਆ ਸੱਚਾ ਗਿਆਨ ਤੁਹਾਡੇ ਨਾਲ ਜਾਏਗਾ। ਇਹ ਸਾਥ ਸदैव ਦਾ ਹੈ ਔਰ ਇਹ ਜਿਹੜੇ ਗੁਣ ਨੇ ਤੁਹਾਨੂੰ ਆਤਮਿਕ ਜੀਵਨ ਦੇਣਗੇ, ਰੱਬ ਤੱਕ ਪਹੁੰਚਾਣਗੇ, ਰੱਬ ਵਰਗਾ ਬਣਾ ਦੇਣਗੇ। ਇਹ ਤੁਹਾਡਾ ਸਾਰਾ ਜੀਵਨ ਸਾਥ ਦੇਣਗੇ, ਆਤਮਿਕ ਜੀਵਨ ਵਿੱਚ ਸਾਥ ਦੇਣਗੇ, ਖੁਸ਼ੀਆਂ, ਆਨੰਦ, ਖੇੜੇ, ਪ੍ਰਸੰਨਤਾ ਵਾਲੀ ਜ਼ਿੰਦਗੀ ਵਿੱਚ ਸਾਥ ਦੇਣਗੇ। ਸਾਕਤ ਸੰਗ ਨਾ ਕੀਜੀਏ। ਸਾਕਤ ਦਾ ਮਤਲਬ ਜੋ ਰੱਬ ਨਾਲੋਂ ਟੁੱਟਿਆ ਹੋਇਆ ਹੈ। ਰੱਬ ਨਾਲੋਂ ਟੁੱਟੇ ਦਾ ਮਤਲਬ ਜੋ ਰੱਬੀ ਰਜ਼ਾ ਵਿੱਚ ਨਹੀਂ ਤੁਰਦਾ, ਜਿਹਦੇ ਮਨ, ਬਚਨ ਔਰ ਕਰਮ ਦੇ ਅੰਦਰ ਰੱਬ ਦੇ ਗੁਣ ਨਹੀਂ ਹਨ। ਹੁਣ ਰੱਬ ਨਾਲੋਂ ਟੁੱਟੇ ਦਾ ਮਤਲਬ ਇਹ ਨਹੀਂ ਕਿ ਜਿਹਨੇ ਚੋਲਾ ਨਹੀਂ ਪਾਇਆ, ਜਿਹੜਾ ਬਾਬਾ ਨਹੀਂ ਬਣਿਆ, ਉਹ ਰੱਬ ਨਾਲੋਂ ਟੁੱਟਿਆ ਹੋਇਆ ਹੈ। ਅਸੀਂ ਤੇ ਪੈਂਟ ਸ਼ਰਟ ਪਾਉਣ ਵਾਲੇ ਬੱਚਿਆਂ ਨੂੰ ਬੰਦੇ ਵੀ ਨਹੀਂ ਸਮਝਦੇ ਬਹੁਤੀ ਵਾਰੀ, ਕਿ ਸਾਡੇ ਕੋਲ ਧਾਰਮਿਕ ਪਹਿਨਾਵਾ ਹੀ ਚਾਹੀਦਾ ਹੈ, ਬਾਣਾ ਹੀ ਚਾਹੀਦਾ ਹੈ, ਯਾਨੀ ਕੋਈ ਚੋਲਾ ਹੀ ਚਾਹੀਦਾ ਹੈ। ਇਹ ਗੱਲ ਨਹੀਂ ਹੈ। ਇੱਥੇ ਗੱਲ ਹੈ ਗੁਣਾਂ ਦੇ ਨਾਲੋਂ ਟੁੱਟਣ ਦੀ। ਕੋਈ ਚੋਲੇ ਵਾਲਾ ਵੀ ਗੁਣੀ ਹੋ ਸਕਦਾ, ਕੋਈ ਪੈਂਟ ਸ਼ਰਟ ਵਾਲਾ ਵੀ ਹੋ ਸਕਦਾ ਹੈ। ਗੱਲ ਹੈ ਚੰਗਾ ਜੀਵਨ ਜੀਣ ਦੀ। ਤਾਂ ਸਾਕਤ ਸੰਗ ਨਾ ਕੀਜੀਏ, ਜੋ ਗੁਣਾਂ ਦੇ ਨਾਲੋਂ ਟੁੱਟਿਆ ਹੋਇਆ ਹੈ, ਜਿਹਦੇ ਅੰਦਰ ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਨਿਮਾਨਤਾ, ਨਿਰਭੈਤਾ, ਨਿਰਵੈਰਤਾ ਆਦਿਕ ਸ਼ੁਭ ਗੁਣ ਨਹੀਂ, ਜਿਹਦੀ ਸੋਚ ਚੰਗੀ ਨਹੀਂ, ਉਹਦੀ ਸੰਗਤ ਨਾ ਕਰੋ। ਸਾਕਤ ਸੰਗ ਨਾ ਕੀਜੀਏ। ਕਿਉਂ? ਜਾਤੇ ਹੋਏ ਬਿਨਾ ਉਹਦੇ ਨਾਲ ਵਿਨਾਸ਼ ਹੋਏਗਾ, ਤੁਹਾਡੀ ਆਤਮਿਕ ਮੌਤ ਹੋਏਗੀ।
ਹੁਣ ਇਹ ਚੀਜ਼ ਸਮਝਣ ਵਾਲੀ ਹੈ। ਜਦੋਂ ਮੇਰੀ ਸੁਰਤ, ਮੇਰੀ ਮੈਂਟੈਲਿਟੀ, ਮੇਰੀ ਸੋਚ ਦੇ ਅੰਦਰ ਸ਼ੁਭ ਗੁਣ ਹੋਣਗੇ, ਸੱਚਾਈ, ਦਇਆ ਆਦਿਕ ਹੋਏਗੀ, ਉਦੋਂ ਮੈਂ ਇਨਸਾਨੀਅਤ ਵਾਲੀ ਜ਼ਿੰਦਗੀ ਜੀ ਰਿਹਾ ਹੋਵਾਂਗਾ। ਪਰ ਜਦੋਂ ਮੇਰੀ ਸੋਚ ਦੇ ਅੰਦਰ ਵਿਕਾਰ ਆ ਜਾਣਗੇ, ਬੇਸ਼ੱਕ ਹਾਲੀ ਉਹ ਮੈਂ ਪਾਪ ਨਾ ਕੀਤਾ ਹੋਏ, ਪਰ ਜਦੋਂ ਸੋਚ ਦੇ ਅੰਦਰ ਆ ਗਿਆ, ਉਦੋਂ ਮੇਰੀ ਆਤਮਿਕ ਮੌਤ ਹੋ ਜਾਏਗੀ। ਜਦੋਂ ਬੰਦਾ ਕੋਈ ਬੇਗਾਨੀ ਧੀ ਭੈਣ ਨੂੰ ਮਾੜੀ ਨਜ਼ਰ ਵਾਸਤੇ ਸੋਚਦਾ ਨਾ ਅੰਦਰ, ਹਾਲੇ ਉਹਨੇ ਕਿਸੇ ਨੂੰ ਟੱਚ ਨਹੀਂ ਕੀਤਾ, ਪਰ ਜਦੋਂ ਉਹਦੇ ਅੰਦਰ ਸੋਚ ਬਣ ਗਈ ਨਾ ਮਾੜੀ, ਸਮਝ ਲਓ ਅੰਦਰੋਂ ਇਨਸਾਨੀਅਤ ਮਰ ਗਈ। ਇਨਸਾਨੀਅਤ ਮਰੇਗੀ ਤਾਂ ਬੰਦੇ ਦੇ ਅੰਦਰ ਬੇਗਾਨੀ ਧੀ ਭੈਣ ਨੂੰ ਮਾੜੀ ਨਜ਼ਰ ਨਾਲ ਤੱਕਣ ਵਾਲੀ ਸੋਚ ਪੈਦਾ ਹੋਏਗੀ। ਅੰਦਰੋਂ ਇਨਸਾਨੀਅਤ ਮਰੇਗੀ ਤਾਂ ਅਸੀਂ ਚੋਰੀ ਕਰਾਂਗੇ, ਤਾਂ ਅਸੀਂ ਬੇਗਾਨਾ ਹੱਕ ਖਾਵਾਂਗੇ। ਅੰਦਰੋਂ ਇਨਸਾਨੀਅਤ ਮਰੇਗੀ ਤਾਂ ਹੀ ਹੈ ਨਾ। ਤਾਂ ਜੇ ਤੁਹਾਡੀ ਸੁਰਤ ਇਹਨਾਂ ਵਿਕਾਰਾਂ ਦਾ ਸਾਥ ਕਰੇਗੀ ਤੇ ਅੰਦਰੋਂ ਇਨਸਾਨੀਅਤ ਮਰ ਜਾਏਗੀ। ਤੇ ਜੇ ਇਹੋ ਜੀ ਸੋਚ ਵਾਲੇ ਬੰਦੇ ਦਾ ਸਾਥ ਦਿਓਗੇ, ਸੰਗਤ ਕਰੋਗੇ, ਤਾਂ ਤੁਹਾਡੀ ਵੀ ਇਨਸਾਨੀਅਤ ਮਰੇਗੀ, ਇਨਸਾਨੀਅਤ ਖਤਮ ਹੋ ਜਾਏਗੀ। ਇਸ ਲਈ ਕਬੀਰ ਜੀ ਕਹਿੰਦੇ ਨੇ ਹਮੇਸ਼ਾ ਗੁਰੂ ਦੀ ਸੰਗਤ ਕਰੋ, ਭਾਵ ਕਿ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਵੋ, ਆਪਣੀ ਸੁਰਤ ਨੂੰ ਗੁਰੂ ਗਿਆਨ ਦੇ ਨਾਲ ਜੋੜੋ, ਔਰ ਕਦੇ ਵੀ ਰੱਬੀ ਗੁਣਾਂ ਦੇ ਨਾਲੋਂ ਟੁੱਟੇ ਹੋਏ ਲੋਕਾਂ ਦਾ ਸਾਥ ਨਾ ਦਿਓ, ਕਿਉਂਕਿ ਆਤਮਿਕ ਮੌਤ ਹੋ ਜਾਏਗੀ, ਜੀਵਨ ਦੇ ਅੰਦਰ ਦੁੱਖ ਆ ਜਾਣਗੇ। ਇਸ ਲਈ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਪਰਸਨਲ ਲਾਈਫ ਵਿੱਚ, ਫੈਮਿਲੀ ਲਾਈਫ ਵਿੱਚ ਜਾਂ ਸੋਸ਼ਲ ਲਾਈਫ ਦੇ ਅੰਦਰ ਸੁਖ ਸ਼ਾਂਤੀ ਆਏ, ਤਾਂ ਸਾਨੂੰ ਬਾਣੀ ਆਪ ਪੜ੍ਹਨੀ ਚਾਹੀਦੀ ਹੈ, ਗੁਰਬਾਣੀ ਦੇ ਅਰਥ ਭਾਵ ਵਿਚਾਰਨੇ ਚਾਹੀਦੇ ਨੇ, ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣੀ ਚਾਹੀਦੀ ਹੈ। ਤੇ ਨਾਲ ਆਪਣੇ ਪਰਿਵਾਰ ਦੇ ਅੰਦਰ ਇਹੋ ਜਿਹਾ ਮਾਹੌਲ ਪੈਦਾ ਕਰਨਾ ਚਾਹੀਦਾ ਹੈ, ਨਾਲ ਸੰਸਾਰ ਤੱਕ ਵੀ ਇਹ ਗੱਲ ਪਹੁੰਚਾਉਣੀ ਚਾਹੀਦੀ ਹੈ। ਅਗਲਾ ਬਚਨ ਭਗਤ ਕਬੀਰ ਜੀ ਕਰਦੇ ਨੇ, ਕਬੀਰ ਜਗ ਮਹਿ ਚੇਤਿਓ ਜਾਨ ਕੈ, ਜਗ ਮਹਿ ਰਹਿਓ ਸਮਾਏ, ਜਿਨ ਹਰ ਕਾ ਨਾਮ ਨਾ ਚੇਤਿਓ, ਬਾਦਹਿ ਜਨਮੇ ਆਏ। ਹੁਣ ਦੇਖੋ ਇੱਥੇ ਰੱਬ ਦਾ ਜੋ ਸਿਮਰਨ ਹੈ, ਭਗਤੀ ਬੰਦਗੀ ਹੈ, ਉਹਦੇ ਵਾਸਤੇ ਇੱਕ ਬਹੁਤ ਆਸਾਨ ਰਾਸਤਾ ਦੱਸ ਰਹੇ ਨੇ, ਔਰ ਸੱਚਾ ਸੁੱਚਾ ਰਾਸਤਾ ਦੱਸ ਰਹੇ ਨੇ, ਅਸਲੀਅਤ ਪੇਸ਼ ਕਰ ਰਹੇ ਨੇ, ਯੂਨੀਵਰਸਲ ਟਰੁੱਥ। ਕਬੀਰ ਜਗ ਮਹਿ ਚੇਤਿਓ ਜਾਨ ਕੈ, ਜਗ ਮਹਿ ਦਾ ਮਤਲਬ ਜਗਤ ਵਿੱਚ, ਸੰਸਾਰ ਵਿੱਚ ਜਨਮ ਲੈ ਕੇ, ਚੇਤਿਓ ਜਾਣ ਕੇ ਦਾ ਮਤਲਬ ਪਛਾਣ ਕੇ, ਜਗ ਮਹਿ ਰਹਿਓ ਸਮਾਏ, ਜਗ ਮਹਿ ਰਹਿਓ ਸਮਾਏ ਦਾ ਮਤਲਬ ਜਗਤ ਦੇ ਅੰਦਰ ਰੱਬ ਸਮਾਇਆ ਹੋਇਆ ਹੈ, ਵਿਆਪਕ ਹੈ। ਕਬੀਰ ਜੀ ਕਹਿੰਦੇ ਨੇ ਕਿ ਮਨ ਦੀ ਸ਼ਾਂਤੀ ਵਾਸਤੇ ਜਿਹੜੀ ਜਗ੍ਹਾ ਹੈ ਉਹ ਪ੍ਰਭੂ ਦਾ ਹੁਕਮ ਹੈ। ਸੋ ਜਿਨ੍ਹਾਂ ਨੇ ਜਗਤ ਵਿੱਚ ਜਨਮ ਲੈ ਕੇ ਇਹ ਪਹਿਚਾਣ ਕੇ ਕਿ ਪ੍ਰਭੂ ਸਾਰੇ ਜਗਤ ਵਿੱਚ ਵਿਆਪਕ ਹੈ, ਉਹਨੂੰ ਯਾਦ ਰੱਖਿਆ, ਉਹਨਾਂ ਨੂੰ ਜਗਤ ਦੇ ਅੰਦਰ ਜੰਮਣਾ ਆਉਣਾ ਸਫਲਾ ਹੈ। ਜਿਨ੍ਹਾਂ ਨੂੰ ਗੁਰੂ ਦੀ ਸੰਗਤ ਮਿਲੀ ਔਰ ਜਿਨ੍ਹਾਂ ਨੇ ਇਹ ਸਮਝ ਕੇ ਯਾਦ ਰੱਖਿਆ, ਇਹ ਚੀਜ਼ ਯਾਦ ਰੱਖੀ ਕਿ ਰੱਬ ਜਗਤ ਵਿੱਚ ਸਮਾਇਆ ਹੋਇਆ ਹੈ। ਜਗ ਮਹਿ ਚੇਤਿਓ, ਚੇਤਿਓ ਦਾ ਮਤਲਬ ਯਾਦ ਰੱਖਿਆ, ਜਾਣ ਕੇ ਦਾ ਮਤਲਬ ਸਮਝ ਕੇ, ਕੀ ਚੀਜ਼ ਸਮਝ ਕੇ, ਜਗ ਮਹਿ ਰਹਿਓ ਸਮਾਏ, ਕਿ ਜਗਤ ਦੇ ਅੰਦਰ ਹੀ ਰੱਬ ਸਮਾਇਆ ਹੋਇਆ ਹੈ, ਰੱਬ ਇਸ ਦੁਨੀਆ ਤੋਂ ਵੱਖਰਾ ਨਹੀਂ। ਇਹ ਚੀਜ਼ ਖਾਸ ਧਿਆਨ ਮੰਗਦੀ ਹੈ ਧਰਮੀ ਬੰਦਿਆਂ ਦਾ, ਜਿਹਦੇ ਨਾਲੋਂ ਲੋਕ ਭਟਕੇ ਹੋਏ ਨੇ। ਆਮ ਕਰਕੇ ਸਾਨੂੰ ਸਮਝਾਇਆ ਜਾਂਦਾ ਹੈ ਕਿ ਰੱਬ ਜੀ ਉੱਤੇ ਸਵਰਗ ਵਿੱਚ ਰਹਿੰਦਾ ਹੈ, ਜਾਂ ਉਹ ਜੰਨਤ ਵਿੱਚ ਰਹਿੰਦਾ ਹੈ, ਜਾਂ ਉਹ ਬੈਕੁੰਠ ਧਾਮ ਵਿੱਚ ਰਹਿੰਦਾ ਹੈ। ਤੇ ਉਹਨਾਂ ਦੀ ਨਕਲੇ ਸਿੱਖਾਂ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਉੱਤੇ ਸੱਚਖੰਡ ਵਿੱਚ ਰੱਬ ਰਹਿੰਦਾ ਹੈ, ਸੱਚਖੰਡ ਵਸੇ ਨਿਰੰਕਾਰ। ਇਹਦਾ ਅਰਥ ਗਲਤ ਪ੍ਰਚਾਰ ਲਿਆ। ਹੁਣ ਰੱਬ ਵੱਖਰਾ ਨਹੀਂ ਹੈ। ਅਸਲੀ ਗੱਲ ਇਹ ਹੈ ਕਿ ਜੀਵਨਾ ਉਹਨਾਂ ਦਾ ਸਫਲ ਹੈ ਜਿਨ੍ਹਾਂ ਨੇ ਇਹ ਚੀਜ਼ ਯਾਦ ਰੱਖੀ ਕਿ ਰੱਬ ਇਸ ਜਗਤ ਵਿੱਚ ਸਮਾਇਆ ਹੋਇਆ ਹੈ। ਆਪਾਂ ਕਈ ਵਾਰ ਵਿਚਾਰ ਕਰ ਚੁੱਕੇ ਹਾਂ ਨਾ ਪਹਿਲਾਂ। ਇੱਕ ਓੰਕਾਰ ਦਾ ਮਤਲਬ ਹੀ ਇਹ ਹੈ ਕਿ ਉਹ ਇੱਕ ਹੀ ਫੈਲਿਆ ਹੋਇਆ ਹੈ, ਸਾਰਾ ਦਿਸਦਾ ਜਗਤ ਹੀ ਉਸ ਰੱਬ ਦਾ ਰੂਪ ਹੈ। ਇਹ ਚੀਜ਼ ਯਾਦ ਰੱਖਣੀ ਸੀ। ਸਭ ਮਹਿ ਜੋਤ ਜੋਤ ਹੈ ਸੋਏ, ਇਹ ਚੀਜ਼ ਯਾਦ ਰੱਖਣੀ ਸੀ ਕਿ ਸਾਰਿਆਂ ਦੇ ਵਿੱਚ ਰੱਬ ਦੀ ਜੋਤ ਹੈ। ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਇਹ ਚੀਜ਼ ਯਾਦ ਰੱਖਣੀ ਸੀ। ਤੇ ਜਿਨ੍ਹਾਂ ਨੂੰ ਇਹ ਚੀਜ਼ ਯਾਦ ਹੋਏਗੀ, ਫਿਰ ਉਹਨਾਂ ਦਾ ਜੀਵਨ ਹੋਏਗਾ ਕਿ ਹਰ ਬੰਦਾ ਫਿਰ ਰੱਬ ਵਰਗਾ ਇੱਕ ਦੂਜੇ ਦੇ ਨਾਲ ਪਿਆਰ ਔਰ ਵਿਹਾਰ ਕਰੇਗਾ।
ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਜੇ ਸਾਨੂੰ ਆਪਣੇ ਮਾਂ-ਬਾਪ ਦੇ ਅੰਦਰ ਰੱਬ ਦਿਸਦਾ ਤਾਂ ਕਦੇ ਵੀ ਬੱਚੇ ਆਪਣੇ ਮਾਂ-ਬਾਪ ਤੋਂ ਦੂਰ ਨਾ ਜਾਂਦੇ। ਜੇ ਭੈਣਾਂ ਭਰਾਵਾਂ ਦੇ ਵਿੱਚ ਰੱਬ ਦਿਸਦਾ ਤੇ ਭਰਾ ਭਰਾਵਾਂ ਦਾ ਕਤਲ ਨਾ ਕਰਦੇ, ਬੰਦਾ ਬੰਦੇ ਦਾ ਹੱਕ ਨਾ ਖਾਂਦਾ। ਜੇ ਇੱਕ ਦੂਜੇ ਵਿੱਚ ਰੱਬ ਦਿਸਦਾ ਤਾਂ ਧਰਮ ਦੇ ਨਾਮ ਦੇ ਉੱਤੇ ਕਤਲਾਮ ਨਾ ਹੁੰਦੇ। ਰਿਸ਼ਵਤਖੋਰੀ, ਚੋਰ ਬਜ਼ਾਰੀ, 2 ਨੰਬਰ ਦੇ ਧੰਦੇ, ਬਲਾਤਕਾਰ, ਇਹ ਸਾਰੇ ਕਿਉਂ ਹੁੰਦੇ? ਇਹ ਇਸੇ ਕਰਕੇ ਨੇ ਕਿ ਬੰਦੇ ਨੇ ਰੱਬ ਨੂੰ ਬੰਦੇ ਦੇ ਵਿੱਚ ਵੇਖਿਆ ਹੀ ਨਹੀਂ। ਇਸ ਲਈ ਕਬੀਰ ਜੀ ਕਹਿੰਦੇ ਨੇ, ਉਹਦਾ ਇਸ ਜਗਤ ਦੇ ਅੰਦਰ ਜਨਮ ਲੈਣਾ ਸਫਲਾ ਹੈ ਜਿਹੜਾ ਇਹ ਯਾਦ ਰੱਖਦਾ ਹੈ ਕਿ ਰੱਬ ਇਸ ਜਗਤ ਦੇ ਕਣ ਕਣ ਦੇ ਅੰਦਰ ਸਮਾਇਆ ਹੋਇਆ ਹੈ। ਹਰ ਬੰਦਾ ਹੀ ਉਸ ਰੱਬ ਦਾ ਰੂਪ ਹੈ, ਜਗਤ ਦੇ ਵਿੱਚ ਸਮਾਇਆ ਹੋਇਆ ਹੈ। ਇਹ ਜਗ ਸੱਚੇ ਕੀ ਹੈ ਕੋਠੜੀ। ਦੇਖੋ, ਜੇ ਚੀਜ਼ ਸਮਝੀ ਹੁੰਦੀ ਤਾਂ ਸਾਡੇ ਜੀਵਨ ਵਿੱਚ ਕੀ ਬਦਲਾਅ ਆਉਣਾ ਸੀ। ਹੁਣ ਕਿਸੇ ਵੀ ਧਰਮ ਦੇ ਸਥਾਨ ਨੂੰ ਲੈ ਲਓ, ਮੰਦਿਰ, ਮਸਜਿਦ ਜਾਂ ਕੋਈ ਵੀ, ਕਿਸੇ ਵੀ ਧਰਮ ਅਸਥਾਨ ਵਿੱਚ ਸ਼ਰਾਬ ਪੀ ਕੇ ਜਾਣ ਦੀ ਮਨਾਹੀ ਹੈ ਨਾ। ਹੁਣ ਤੁਸੀਂ ਗੁਰਦੁਆਰਾ ਸਾਹਿਬ ਸ਼ਰਾਬ ਪੀ ਕੇ ਨਹੀਂ ਆ ਸਕਦੇ, ਨਾ ਆਉਣਾ ਚਾਹੀਦਾ, ਨਾ ਕੋਈ ਆਉਂਦਾ ਹੈ। ਮਸੀਤ ਵਿੱਚ ਨਹੀਂ ਜਾਂਦਾ ਸ਼ਰਾਬ ਪੀ ਕੇ, ਕੋਈ ਮੰਦਿਰ ਵਿੱਚ ਨਹੀਂ ਜਾਂਦਾ, ਨਾ ਜਾਣ ਦਿੱਤਾ ਜਾਂਦਾ, ਨਾ ਕੋਈ ਜਾਂਦਾ। ਕਿਉਂ? ਕਿ ਅਸੀਂ ਸਮਝ ਲਿਆ ਕਿ ਇਹ ਰੱਬ ਦਾ ਘਰ ਹੈ, ਰੱਬ ਦੇ ਘਰ ਸ਼ਰਾਬ ਪੀ ਕੇ ਨਹੀਂ ਜਾਣਾ। ਅਸੀਂ ਕਹਿੰਦੇ ਨੇ ਯਾਰ ਗੁਰਦੁਆਰੇ ਬਹਿ ਕੇ ਵੀ ਝੂਠ ਬੋਲ ਰਹੇ ਆ, ਮਤਲਬ ਰੱਬ ਦੇ ਘਰ ਵਿੱਚ ਝੂਠ ਨਹੀਂ ਬੋਲਣਾ। ਯਾਰ ਗੁਰਦੁਆਰੇ ਆਣ ਕੇ ਤੇ ਬੰਦੇ ਬਣ ਜਾਓ, ਇੱਥੇ ਵੀ ਲੜ ਰਹੇ ਹੋ। ਮੀਨਸ ਰੱਬ ਦੇ ਘਰ ਵਿੱਚ ਨਹੀਂ ਲੜਨਾ, ਰੱਬ ਦੇ ਘਰ ਵਿੱਚ ਈਰਖਾ ਦੁਵੇਸ਼ ਨਹੀਂ ਕਰਨੀ, ਵਿਤਕਰੇ ਨਹੀਂ ਕਰਨੇ। ਇਹਨਾਂ ਚੀਜ਼ਾਂ ਦੀ ਸਮਝ ਹੈ ਨਾ। ਹੁਣ ਜੇ ਰੱਬ ਦਾ ਘਰ ਹੈ, ਗੁਰਦੁਆਰਾ ਸਾਹਿਬ ਰੱਬ ਹੈ, ਤੇ ਜਦੋਂ ਤੁਸੀਂ ਆਪਣੇ ਘਰ ਜਾਂਦੇ ਹੋ ਕਿ ਉੱਥੇ ਰੱਬ ਨਹੀਂ ਹੈ? ਜੇ ਸਾਨੂੰ ਇਹ ਚੀਜ਼ ਸਮਝ ਆ ਜਾਏ ਕਿ ਰੱਬ ਦੇ ਘਰ ਸ਼ਰਾਬ ਨਹੀਂ ਪੀਣੀ, ਤਾਂ ਕੋਈ ਬੰਦਾ ਆਪਣੇ ਘਰ ਵੀ ਜਾ ਕੇ ਸ਼ਰਾਬ ਨਹੀਂ ਪੀਵੇਗਾ। ਜਿਹਨੂੰ ਇਹ ਸਮਝ ਆ ਜਾਏ ਕਿ ਰੱਬ ਦੇ ਘਰ ਨਹੀਂ ਲੜਨਾ, ਤਾਂ ਉਹ ਆਪਣੇ ਘਰ ਜਾ ਕੇ ਘਰਵਾਲੀ ਨਾਲ ਨਹੀਂ ਲੜੇਗਾ, ਘਰਵਾਲੀ ਘਰਵਾਲੇ ਨਾਲ ਨਹੀਂ ਲੜੇਗੀ, ਇੱਕ ਦੂਜੇ ਨਾਲ ਈਰਖਾ ਦੁਵੇਸ਼ ਨਹੀਂ ਹੋਏਗੀ। ਕਿਉਂਕਿ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਇਹ ਸੰਸਾਰ ਰੱਬ ਦਾ ਘਰ ਹੈ। ਹਰ ਮੰਦਰ ਇਹ ਸ਼ਰੀਰ ਹੈ, ਇਹ ਸ਼ਰੀਰ ਰੱਬ ਦਾ ਘਰ ਹੈ ਨਾ। ਤੇ ਜੇ ਗੁਰਦੁਆਰਾ ਸਾਹਿਬ, ਮੰਦਰ, ਮਸੀਤ ਵਿੱਚ ਸ਼ਰਾਬ ਪੀ ਕੇ ਨਹੀਂ ਜਾਣਾ, ਤੇ ਇਸ ਰੱਬ ਦੇ ਘਰ ਸ਼ਰੀਰ ਦੇ ਅੰਦਰ ਸ਼ਰਾਬ ਦੀਆਂ ਬੋਤਲਾਂ, ਨਸ਼ੇ ਕਿਉਂ ਪਾਈ ਜਾ ਰਹੇ? ਜੇ ਗੁਰਦੁਆਰਾ ਸਾਹਿਬ, ਮੰਦਰ, ਮਸੀਤ ਵਿੱਚ ਜਾ ਕੇ ਰੱਬ ਦੇ ਘਰ ਵਿੱਚ ਅਸੀਂ ਗੰਦਗੀ ਨਹੀਂ ਫੈਲਾਣੀ, ਤਾਂ ਇਹ ਸ਼ਰੀਰ ਜਿਹੜਾ ਹੈ ਇਹਦੇ ਵਿੱਚ ਈਰਖਾ ਦੁਵੇਸ਼, ਵੈਰ ਵਿਰੋਧ ਦੀ ਗੰਦਗੀ ਕਿਉਂ? ਇਹ ਸਮਝ ਆ ਜਾਏਗੀ ਨਾ, ਜ਼ਿੰਦਗੀ ਬਦਲ ਜਾਏਗੀ। ਇਸ ਲਈ ਕਬੀਰ ਜੀ ਕਹਿੰਦੇ ਨੇ, ਇਸ ਦੁਨੀਆ ਦੇ ਅੰਦਰ ਉਹਦਾ ਆਉਣਾ ਸਫਲ ਹੈ ਜਿਨ੍ਹਾਂ ਨੇ ਇਹ ਸਮਝ ਕੇ ਰੱਬ ਨੂੰ ਯਾਦ ਰੱਖਿਆ ਹੈ ਕਿ ਰੱਬ ਕੁਦਰਤ ਦੇ ਅੰਦਰ ਸਮਾਇਆ ਹੋਇਆ ਹੈ। ਜਗ ਮੇ ਰਹੋ ਸਮਾਏ, ਜਗ ਵਿੱਚ ਸਮਾਇਆ ਹੋਇਆ ਹੈ, ਮਨੁੱਖਾਂ ਵਿੱਚ ਸਮਾਇਆ ਹੋਇਆ ਹੈ, ਪਸ਼ੂ ਪੰਛੀਆਂ ਵਿੱਚ ਹੈ, ਵਨਸਪਤੀ ਵਿੱਚ ਹੈ, ਧਰਤੀ ਵਿੱਚ ਹੈ। ਫਿਰ ਇਸ ਸੰਸਾਰ ਨੂੰ ਉਹ ਰੱਬ ਦਾ ਘਰ ਸਮਝ ਕੇ, ਸਰੀਰ ਨੂੰ ਰੱਬ ਦਾ ਘਰ ਸਮਝ ਕੇ, ਬਾਕੀ ਲੋਕਾਂ ਨੂੰ ਰੱਬ ਦਾ ਰੂਪ ਸਮਝ ਕੇ ਵਿਹਾਰ ਕਰੇਗਾ, ਉਹਦਾ ਆਉਣਾ ਸਫਲਾ ਹੈ। ਜਿਨ ਹਰ ਕਾ ਨਾਮ ਨਾ ਚੇਤਿਓ, ਨਾਮ ਦਾ ਮਤਲਬ ਹੁਕਮ। ਜਿਨ੍ਹਾਂ ਨੇ ਰੱਬੀ ਹੁਕਮ ਨੂੰ ਯਾਦ ਨਹੀਂ ਰੱਖਿਆ, ਜੋ ਰੱਬੀ ਹੁਕਮ ਵਿੱਚ ਨਹੀਂ ਤੁਰੇ, ਬਾਦਹਿ ਜਨਮੇ ਆਏ। ਬਾਦਹਿ ਦਾ ਮਤਲਬ ਬੇਕਾਰ, ਵਿਅਰਥ। ਜਨਮੇ ਦਾ ਮਤਲਬ ਜੰਮੇ, ਆਏ ਦਾ ਮਤਲਬ ਆ ਕੇ ਇਸ ਦੁਨੀਆ ਵਿੱਚ ਬੇਕਾਰ ਹੀ ਜੰਮੇ ਨੇ। ਉਹਨਾਂ ਦੇ ਜੰਮਣ ਦਾ ਕੋਈ ਫਾਇਦਾ ਨਹੀਂ ਹੈ, ਨੁਕਸਾਨ ਹੈ ਸਭ। ਉਹਨਾਂ ਲੋਕਾਂ ਨੇ ਨੁਕਸਾਨ ਕੀਤਾ। ਹੁਣ ਦੇਖ ਲਓ, ਰੱਬ ਦੇ ਨਾਮ ਤੇ ਕਿੰਨੀਆਂ ਲੜਾਈਆਂ, ਦੰਗੇ ਫਸਾਦ ਨੇ। ਜਿੰਨੇ ਧਰਮੀ ਲੋਕ ਨੇ ਰੱਬ ਨੂੰ ਮੰਨਣ ਵਾਲੇ ਨੇ, ਪਰ ਇੱਕ ਧਰਮ ਦੇ ਲੋਕ ਦੂਜੇ ਧਰਮਾਂ ਦੇ ਉੱਤੇ ਹਮਲਾਵਰ ਨੇ। ਦੂਜੇ ਧਰਮ ਨੂੰ ਉਹ ਵੇਖ ਕੇ ਰਾਜੀ ਨਹੀਂ। ਔਰ ਇੱਥੇ ਹੀ ਬਸ ਨਹੀਂ, ਇੱਕ ਹੀ ਧਰਮ ਦੇ ਲੋਕ ਆਪਣੇ ਉਸੇ ਹੀ ਧਰਮ ਦੇ ਲੋਕਾਂ ਦੇ ਵੈਰੀ ਵੇਖੇ ਜਾ ਸਕਦੇ ਨੇ। ਤੁਸੀਂ ਇਸਲਾਮ ਵਿੱਚ ਵੇਖ ਲਓ, ਉੱਥੇ ਸ਼ੀਆ ਔਰ ਸੁੰਨੀ ਆਪਸ ਦੇ ਵਿੱਚ ਨਹੀਂ ਬਣਦੀ, ਉਹਨਾਂ ਦੀ ਕਤਲ ਕਰ ਦਿੰਦੇ ਨੇ ਇੱਕ ਦੂਜੇ ਨੂੰ। ਤੁਸੀਂ ਈਸਾਈਆਂ ਦੇ ਵਿੱਚ ਵੇਖ ਲਓ, ਇੱਥੇ ਵੀ ਪ੍ਰੋਟੈਸਟੈਂਟੀ, ਕੈਥੋਲਿਕ, ਉਹਨਾਂ ਦੇ ਆਪਣੇ ਫਿਰਕੇ ਨੇ, ਵਿਚਾਰ ਨੇ। ਜੈਨੀਆਂ ਵਿੱਚ ਵੇਖ ਲਓ, ਬੁੱਧ ਧਰਮ ਵਿੱਚ ਵੇਖ ਲਓ, ਤੇ ਸਿੱਖਾਂ ਵੱਲ ਵੇਖੋ, ਤੋਬਾ ਮੇਰੇ ਖੁਦਾ ਦੀ, ਕੰਨਾਂ ਨੂੰ ਹੱਥ ਲੱਗ ਜਾਂਦੇ ਨੇ ਮਰਿਆਦਾ ਦੇ ਨਾਮ ਤੇ। ਇੱਥੇ ਹੁਣੇ ਮਰਿਆਦਾ ਦੀ ਗੱਲ ਕੋਈ ਕਰ ਲਓ ਸ਼ੁਰੂ, ਹੁਣੇ ਇੱਥੇ ਕਲਾਸ ਵਿੱਚ ਹੀ ਹੋ ਸਕਦੇ ਰੌਲਾ ਪੈ ਜਾਏ ਧਰਮ ਦੇ ਨਾਮ ਤੇ। ਤਾਂ ਬੇਕਾਰ ਹੈ, ਵਿਅਰਥ ਹੈ ਨਾ ਜੰਮਣਾ। ਜਿਹੜੇ ਧਰਮ ਦੇ ਨਾਮ ਦੇ ਉੱਤੇ ਲੜਾਈਆਂ ਦੰਗੇ ਕਰ ਰਹੇ ਨੇ, ਫਸਾਦ ਕਰ ਰਹੇ ਨੇ, ਰੱਬ ਦੇ ਨਾਮ ਦੇ ਉੱਤੇ ਕਤਲ ਹੋਣ, ਧਰਮ ਦੇ ਨਾਮ ਤੇ ਕਤਲਾਮ ਹੋਵੇ, ਧਰਮ ਦੇ ਨਾਮ ਦੇ ਉੱਤੇ ਮਨੁੱਖਾਂ ਨੂੰ ਖਤਮ ਕਰਨ, ਉਹਨਾਂ ਦਾ ਆਉਣਾ ਵਿਅਰਥ ਹੈ, ਬੇਕਾਰ ਹੈ। ਇਹਦੇ ਨਾਲੋਂ ਨਾ ਜੰਮਦੇ ਤੇ ਠੀਕ ਸੀ।
ਅਸੀਂ ਆਮ ਘਰਾਂ ਵਿੱਚ ਕਹਿੰਦੇ ਆ ਨਾ, ਜੇ ਕੋਈ ਬੱਚਾ ਤੰਗ ਕਰੇ ਕਿ ਤੂੰ ਤੇ ਨਾ ਹੀ ਜੰਮਦਾ, ਤੂੰ ਜੰਮਦਾ ਹੀ ਮਰ ਜਾਂਦਾ ਠੀਕ ਸੀ। ਤਾਂ ਕਬੀਰ ਜੀ ਕਹਿੰਦੇ ਨੇ ਉਹਨਾਂ ਦਾ ਜਨਮ ਲੈਣਾ ਬੇਕਾਰ ਹੈ, ਜਿਨ੍ਹਾਂ ਨੇ ਰੱਬ ਨੂੰ ਇਸ ਜਗਤ ਦੇ ਅੰਦਰ ਵਿਆਪਕ ਸਮਝ ਕੇ ਉਹ ਗੁਣਾਂ ਦੇ ਧਾਰਨੀ ਨਹੀਂ ਹੋਏ, ਜੋ ਰੱਬੀ ਰਜ਼ਾ ਦੇ ਅੰਦਰ ਨਹੀਂ ਤੁਰੇ, ਜੋ ਲਾ ਆਫ ਨੇਚਰ ਨੂੰ ਫਾਲੋ ਨਹੀਂ ਕਰਦੇ, ਜਿਨ੍ਹਾਂ ਦੇ ਅੰਦਰ ਇਨਸਾਨੀਅਤ ਨਹੀਂ ਹੈ, ਉਹਨਾਂ ਦਾ ਆਉਣਾ ਬੇਕਾਰ ਹੈ। ਫੇਰੀ ਜਾਓ ਮਾਲਾ ਕਿ ਰੱਬ ਉੱਤੇ ਬੈਠਾ ਹੈ। ਕਬੀਰ ਜੀ ਕਹਿੰਦੇ ਨੇ ਬੇਕਾਰ ਹੈ ਤੁਹਾਡਾ ਜਨਮ ਲੈਣਾ। ਲਾਈ ਜੋ ਸਮਾਧੀਆਂ, ਗੁਰੂ ਜੀ ਕਹਿ ਰਹੇ ਨੇ ਮਨ ਨਿਰਮਲ ਨਹੀਂ ਦਸਵੇਂ ਦਵਾਰ, ਭਰਮ ਭਰਮ ਆਵੇ ਮੂੜਾ ਵਾਰੋ ਵਾਰ। ਨਹਾਈ ਜਾਓ ਤੀਰਥਾਂ ਤੇ, ਗੁਰੂ ਜੀ ਕਹਿ ਰਹੇ ਨੇ ਜਲ ਕੇ ਮੱਜਨ ਜੇ ਗਤ ਹੋਵੇ, ਨਿਤ ਨਿਤ ਮੇਂਢਕ ਨਾਵੇਂ। ਸਫਲ ਉਹਨਾਂ ਦਾ ਹੈ ਜੋ ਸੰਸਾਰ ਦੇ ਅੰਦਰ ਰੱਬ ਨੂੰ ਵੇਖਦੇ ਨੇ, ਹਰ ਇਨਸਾਨ ਨਾਲ ਰੱਬ ਵਰਗੀ ਪ੍ਰੀਤ ਪਾਉਂਦੇ ਨੇ, ਜੋ ਗੁਣਾਂ ਦੇ ਧਾਰਨੀ ਨੇ, ਉਹਨਾਂ ਦਾ ਇਸ ਸੰਸਾਰ ਦੇ ਅੰਦਰ ਆਉਣਾ ਸਫਲਾ ਹੈ। ਹੁਣ ਦੇਖੋ ਕਿੰਨਾ ਸੌਖਾ ਕੰਮ ਇਸ ਸ਼ਲੋਕ ਦੇ ਅੰਦਰ। ਨਾ ਤਾਂ ਸਾਨੂੰ ਸਮਾਧੀਆਂ ਲਾਉਣ ਲਈ ਕਿਹਾ ਜਾ ਰਿਹਾ ਹੈ, ਨਾ ਕੁਛ ਤਿਆਗ ਕਰਨ ਲਈ ਕਿਹਾ ਜਾ ਰਿਹਾ ਹੈ। ਸਿਰਫ ਇਹ ਚੀਜ਼ ਯਾਦ ਰੱਖਣੀ ਹੈ ਕਿ ਰੱਬ ਜਰਰੇ ਜਰਰੇ ਅੰਦਰ ਸਮਾਇਆ ਹੋਇਆ ਹੈ। ਹਰ ਇਨਸਾਨ ਉਸ ਰੱਬ ਦਾ ਰੂਪ ਹੈ, ਹਰ ਇੱਕ ਦੇ ਅੰਦਰ ਉਹਦੇ ਗੁਣ ਨੇ, ਉਹਨਾਂ ਗੁਣਾਂ ਦੇ ਅਸੀਂ ਧਾਰਨੀ ਹੋਣਾ ਹੈ, ਉਹਨਾਂ ਗੁਣਾਂ ਵਾਲਾ ਵਿਹਾਰ ਇੱਕ ਦੂਜੇ ਦੇ ਨਾਲ ਕਰਨਾ ਹੈ। ਇਹ ਜੀਵਨ ਸੌਖਾ ਹੋ ਜਾਏਗਾ, ਇਹ ਜੀਵਨ ਸਫਲਾ ਹੋ ਜਾਏਗਾ। ਅਗਲਾ ਬਚਨ ਕਰਦੇ ਨੇ, ਕਬੀਰ ਆਸਾ ਕਰੀਏ RAM ਕੀ। ਰਾਮ ਦਾ ਮਤਲਬ ਜੋ ਰਮਿਆ ਹੋਇਆ ਹੈ ਜਰਰੇ ਜਰਰੇ ਅੰਦਰ। ਇੱਥੇ ਰਾਮ ਜੋ ਹੈ ਦਸ਼ਰਥ ਦੇ ਪੁੱਤਰ ਦੀ ਗੱਲ ਨਹੀਂ ਹੈ, ਰਾਮ ਦਾ ਮਤਲਬ ਰਮਿਆ ਹੋਇਆ। ਆਸਾ ਕਰੀਏ ਦਾ ਮਤਲਬ ਰੱਬ ਉੱਤੇ ਆਸ ਰੱਖੀਏ, ਆਸਰਾ ਤੱਕੀਏ, ਸਹਾਰਾ ਲਈਏ। ਅਵਰੈ ਆਸ ਨਿਰਾਸ, ਬਾਕੀ ਦੀਆਂ ਜਿਹੜਾ ਆਸਾਂ ਨੇ ਨਿਰਾਸ਼ ਨੇ, ਬੇਕਾਰ ਨੇ, ਵਿਅਰਥ ਨੇ, ਛੱਡ ਦੇਣੀਆਂ ਚਾਹੀਦੀਆਂ ਨੇ। ਹੁਣ ਰਾਮ ਦੀ ਆਸ ਰੱਖੋ, ਸਹਾਰਾ ਲਓ, ਬਾਕੀ ਦੀਆਂ ਆਸਾਂ ਛੱਡ ਦਿਓ। ਹੁਣ ਰਾਮ ਦਾ ਮਤਲਬ ਜੋ ਰਮਿਆ ਹੋਇਆ ਹੈ। ਰੱਬ ਦਾ ਸਹਾਰਾ ਲੈਣ ਦਾ ਮਤਲਬ ਹੈ ਰੱਬ ਦੇ ਗੁਣਾਂ ਦਾ ਸਹਾਰਾ ਲੈਣਾ। ਜਿਵੇਂ ਰੱਬ ਦਾ ਨਾਮ ਕੀ ਹੈ? ਸਤਨਾਮ। ਤਾਂ ਰੱਬ ਦਾ ਨਾਮ ਕੀ ਹੈ? ਸਤ। ਇਹਦਾ ਮਤਲਬ ਅਸੀਂ ਸੱਚਾਈ ਦਾ ਸਹਾਰਾ ਲੈਣਾ ਹੈ ਜ਼ਿੰਦਗੀ ਜੀਣ ਲਈ। ਰੱਬ ਦਾ ਨਾਮ ਹੈ ਨਿਰਭਉ, ਤਾਂ ਅਸੀਂ ਨਿਰਭੈਤਾ ਦਾ ਸਹਾਰਾ ਲੈਣਾ ਹੈ। ਰੱਬ ਦਾ ਨਾਮ ਹੈ ਨਿਰਵੈਰ, ਤਾਂ ਅਸੀਂ ਨਿਰਵੈਰਤਾ ਦੇ ਗੁਣ ਦਾ ਸਹਾਰਾ ਲੈਣਾ ਹੈ। ਰੱਬ ਦਾ ਨਾਮ ਹੈ ਕਰਤਾ ਪੁਰਖ, ਤਾਂ ਅਸੀਂ ਕਰਤਾ ਕਿਰਤ ਦਾ ਸਹਾਰਾ ਲੈਣਾ ਹੈ। ਰੱਬ ਦਾ ਨਾਮ ਹੈ ਦਇਆਲ, ਤਾਂ ਅਸੀਂ ਦਇਆ ਦਾ ਸਹਾਰਾ ਲੈਣਾ ਹੈ। ਮਤਲਬ ਰੱਬ ਦੇ ਗੁਣਾਂ ਦਾ ਸਹਾਰਾ ਲਓ। ਰੱਬ ਦਾ ਸਹਾਰਾ ਲੈਣ ਦਾ ਮਤਲਬ ਰੱਬ ਦੇ ਹੁਕਮ ਦਾ ਸਹਾਰਾ ਲਓ। ਹੁਕਮ ਦਾ ਮਤਲਬ ਸਿਸਟਮ, ਲਾ ਆਫ ਨੇਚਰ। ਜੇ ਤੁਸੀਂ ਜੀਵਨ ਦੇ ਅੰਦਰ ਵਿਕਾਸ ਕਰਨਾ ਚਾਹੁੰਦੇ ਹੋ, ਸੁਖੀ ਔਰ ਸ਼ਾਂਤ ਰਹਿਣਾ ਚਾਹੁੰਦੇ ਹੋ, ਤਾਂ ਰੱਬੀ ਹੁਕਮ ਨੂੰ ਫਾਲੋ ਕਰੋ, ਸਿਸਟਮ ਨੂੰ ਫਾਲੋ ਕਰੋ। ਰਿਕੁਆਇਰਮੈਂਟਸ ਨੇ ਕੁਛ, ਉਹਨਾਂ ਨੂੰ ਪੂਰੀਆਂ ਕਰੋ। ਅਵਰੇ ਆਸ ਨਿਰਾਸ ਦਾ ਮਤਲਬ ਬਾਕੀ ਦੀਆਂ ਜਿਹੜੀਆਂ ਆਸਾਂ ਨੇ ਨਾ, ਕਾਮ ਕ੍ਰੋਧ ਲੋਭ ਦੀਆਂ, ਇਹਨਾਂ ਨੂੰ ਛੱਡ ਦਿਓ, ਪਹਿਲੀ ਗੱਲ। ਦੂਜੀਆਂ ਜਿਹੜੀਆਂ ਤੁਸੀਂ ਆਸਾਂ ਲਾਈ ਫਿਰਦੇ ਹੋ ਕਿ ਸਾਨੂੰ ਬਾਬੇ ਦੇ ਡੇਰੇ ਤੋਂ ਖੁਸ਼ੀ ਮਿਲੇਗੀ, ਬਾਬੇ ਦੇ ਡੇਰੇ ਤੋਂ ਸੇਬ ਲਿਆਵਾਂਗੇ ਤੇ ਪੁੱਤਰ ਮਿਲਣਗੇ, ਜੋਤ ਸੀ ਸਾਡੀ ਕਿਸਮਤ ਬਦਲ ਦੇਵੇਗਾ, ਬਾਬੇ ਵਡਭਾਗ ਸਿੰਘ ਦੇ ਡਲ ਜਾ ਕੇ ਉੱਥੇ ਧੌਲੀ ਧਾਰ ਥੱਲੇ ਨਾਵਾਂਗੇ ਤੇ ਸਾਡੇ ਭੂਤ ਲੈ ਜਾਣਗੇ, ਮੜੀਆਂ ਕਬਰਾਂ, ਵਰਤਨ ਰਾਤੇ ਸਰਾਧ, ਇਹ ਆਸਾਂ ਛੱਡ ਦਿਓ, ਬੇਕਾਰ ਨੇ। ਕਬੀਰ ਆਸਾ ਕਰੀਏ RAM ਕੀ, ਅਵਰੇ ਆਸ ਨਿਰਾਸ। ਬਾਕੀ ਔਗਣਾਂ ਦੇ ਸਹਾਰੇ ਲੈਣੇ, ਦੇਵੀਆਂ ਦੇਵਤੇ, ਪੀਰ ਕਬਰਾਂ, ਬਾਬੇ ਸ਼ਾਬੇ, ਜਾਂ ਜਿਹੜੇ ਮੰਤਰ ਜੰਤਰ ਨੇ, ਟੂਣੇ ਤਵੀਤ ਨੇ, ਇਹ ਆਸਾਂ ਬੇਕਾਰ ਨੇ, ਇਹਨਾਂ ਨੂੰ ਛੱਡ ਦਿਓ। ਨਰਕ ਪਰਹਿ ਤੇ ਮਾਨਈ, ਜੋ ਹਰ ਨਾਮ ਉਦਾਸ। ਇੱਥੇ ਨਰਕ ਦੇ ਕੱਕੇ ਨਾਲ ਸਿਹਾਰੀ, ਜਿਹਦਾ ਮਤਲਬ ਨਰਕ ਵਿੱਚ। ਜੇ ਨਰਕ ਦੇ ਕੱਕੇ ਥੱਲੇ ਔਂਕੜ ਹੁੰਦਾ, ਇਹਦਾ ਅਰਥ ਬਣ ਜਾਣਾ ਸੀ ਇੱਕ ਨਰਕ। ਜੇ ਨਰਕ ਦਾ ਕੱਕਾ ਮੁਕਤਾ ਹੁੰਦਾ, ਇਹਦਾ ਅਰਥ ਬਣਨਾ ਸੀ ਬਹੁਤੇ ਨਰਕ। ਇੱਥੇ ਪਰਹਿ ਸ਼ਬਦ ਨੂੰ ਬਿੰਦੀ ਲਾ ਕੇ ਪੜਾਂਗੇ, ਪਰਹਿ। ਤੇ ਦਾ ਮਤਲਬ ਉਹ, ਬਹੁਵਚਨ। ਮਾਨਈ ਦਾ ਮਤਲਬ ਹੈ ਮਨੁੱਖ, ਮਾਨਵ। ਇੱਥੇ ਮਾਨਈ ਦਾ ਮਤਲਬ ਬੰਦੇ, ਮਨੁੱਖ, ਮਾਨਵ। ਜੋ ਹਰ ਨਾਮ ਉਦਾਸ। ਉਦਾਸ ਦਾ ਮਤਲਬ ਜੋ ਰੱਬੀ ਨਾਮ ਦੇ ਨਾਲੋਂ, ਰਜਾ ਦੇ ਨਾਲੋਂ ਟੁੱਟੇ ਹੋਏ ਨੇ, ਉਹ ਮਨੁੱਖ ਨਰਕ ਪਰਹਿ, ਉਹ ਨਰਕ ਵਿੱਚ ਪੈ ਜਾਂਦੇ ਨੇ। ਤੇ ਨਰਕ ਦਾ ਮਤਲਬ ਇਹ ਨਹੀਂ ਕਿ ਮਰਨ ਤੋਂ ਬਾਅਦ ਪੈਂਦੇ ਨੇ। ਮਰਨ ਤੋਂ ਬਾਅਦ ਕੋਈ ਨਰਕ ਸੁਰਗ ਨਹੀਂ, ਉਹਨੂੰ ਗੁਰਬਾਣੀ ਰੱਦ ਕਰਦੀ ਹੈ। ਇਹ ਅਸੀਂ ਵਿਚਾਰਾਂ ਪਹਿਲਾਂ ਕਰ ਚੁੱਕੇ ਹਾਂ। ਕਵਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਦੇ, ਹਮ ਕਾਹੂ ਕੀ ਕਾਨ ਨਾ ਕੱਢਤੇ, ਆਪਣੇ ਗੁਰ ਪ੍ਰਸਾਦੇ। ਤਾਂ ਕਬੀਰ ਜੀ ਕਹਿੰਦੇ ਨੇ ਜੋ ਰੱਬੀ ਗੁਣਾਂ ਨਾਲੋਂ, ਰੱਬ ਦੀ ਰਜ਼ਾ ਵੱਲੋਂ ਟੁੱਟੇ ਹੋਏ ਨੇ, ਹਰ ਨਾਮ, ਨਾਮ ਦਾ ਮਤਲਬ ਰੱਬ ਦੀ ਰਜ਼ਾ, ਹੁਕਮ, ਸਿਸਟਮ, ਕੁਦਰਤ ਦੀ ਨਿਯਮਾਵਲੀ,
ਜੋ ਰੱਬੀ ਗੁਣਾਂ ਦੇ ਨਾਲੋਂ ਟੁੱਟੇ ਹੋਏ ਨੇ ਉਹ ਮਨੁੱਖ ਨਰਕ ਵਿੱਚ ਪੈ ਜਾਂਦੇ ਨੇ। ਨਰਕ ਵਿੱਚ ਪੈਣ ਦਾ ਮਤਲਬ ਦੁੱਖਾਂ ਵਿੱਚ ਪੈਂਦੇ ਨੇ। ਐਸੇ ਜ਼ਿੰਦਗੀ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਾਲੀ ਜ਼ਿੰਦਗੀ ਨਰਕ ਹੈ। ਲੋਕਾਂ ਨੇ ਆਪਣੀ ਜ਼ਿੰਦਗੀ ਨੂੰ ਨਰਕ ਬਣਾਇਆ ਹੋਇਆ ਹੈ। ਕੁਝ ਲੋਕ ਡਰੱਗੀ ਹੋ ਗਏ ਨੇ, ਨਰਕ ਬਣ ਗਈ ਨਾ ਜ਼ਿੰਦਗੀ। ਕਈਆਂ ਲੋਕਾਂ ਦੇ ਘਰਾਂ ਵਿੱਚ ਜਾਈਏ ਤਾਂ ਘਰ ਵਿੱਚ ਪਤੀ ਪਤਨੀ ਜਾਂ ਮਾਂ-ਬਾਪ ਜਾਂ ਬੱਚਿਆਂ ਦੀ ਆਪਸ ਵਿੱਚ ਨਹੀਂ ਬਣਦੀ, ਉਹ ਲੜਦੇ ਹੁੰਦੇ ਨੇ। ਤੇ ਸਮਝਾਉਣ ਜਾਈਏ ਨਾ ਤੇ ਇੱਕੋ ਹੀ ਗੱਲ ਕਹੀਦੀ, ਯਾਰ ਤੁਹਾਡੇ ਕੋਲ ਜ਼ਮੀਨ ਵੀ ਹੈ, ਤੁਸੀਂ ਨੌਕਰੀ ਪੇਸ਼ੇ ਤੇ ਵੀ ਲੱਗੇ ਹੋ, ਕਿੰਨੇ ਸੋਹਣੇ ਤੁਹਾਡੇ ਬੱਚੇ ਨੇ, ਤੇ ਤੁਸੀਂ ਕਿਉਂ ਘਰ ਨੂੰ ਨਰਕ ਬਣਾਇਆ ਹੋਇਆ? ਜਿੱਥੇ ਲੜਾਈ ਦੰਗਾ ਹੋਏਗਾ ਘਰ ਨਰਕ ਹੀ ਬਣ ਜਾਏਗਾ ਨਾ। ਜਿੱਥੇ ਵਿਕਾਰ ਹੋਣਗੇ ਉਹ ਜੀਵਨ ਨਰਕ ਬਣ ਜਾਏਗਾ। ਜਿੱਥੇ ਵਿਕਾਰ ਹੋਣਗੇ ਉਹ ਸਮਾਜ ਨਰਕ ਬਣ ਜਾਏਗਾ। ਤੇ ਅੱਜ ਇਸ ਸਮਾਜ ਵਿੱਚ ਜੇ ਅਸੀਂ ਖਾਸ ਕਰ ਆਪਣੇ ਦੇਸ਼ ਇੰਡੀਆ ਵੱਲ ਵੇਖੀਏ ਤਾਂ ਕਿਵੇਂ ਰਿਸ਼ਵਤਖੋਰੀ, ਚੋਰ ਬਜ਼ਾਰੀ, ਈਰਖਾ, ਦਵੇਸ਼ ਨਰਕ ਹੀ ਬਣਿਆ ਪਿਆ ਨਾ। ਕੋਈ ਔਰਤ ਵਿਚਾਰੀ ਰਾਤ ਨੂੰ 10-11 ਵਜੇ ਬਾਹਰ ਨਹੀਂ ਨਿਕਲ ਸਕਦੀ ਤਾਂ ਉਹ ਨਰਕ ਹੀ ਹੋਗੀ ਨਾ ਜ਼ਿੰਦਗੀ। ਕਿਸੇ ਦੇ ਹੱਥ ਵਿੱਚੋਂ ਕੋਈ ਪਰਸ ਖੋ ਕੇ ਭੱਜ ਰਿਹਾ ਹੈ ਤਾਂ ਨਰਕ ਹੀ ਹੋਗੀ ਨਾ ਜ਼ਿੰਦਗੀ। ਚੋਰੀਆਂ ਹੋ ਰਹੀਆਂ ਨੇ, ਰਿਸ਼ਵਤਖੋਰੀ ਹੈ, ਸਿੰਥੈਟਿਕ ਦੁੱਧ ਹੈ, ਸਿੰਥੈਟਿਕ ਖੋਇਆ ਹੈ, ਜਾਂ ਹੋਰ ਐਸੇ ਪਾਪ ਵਿਕਾਰ ਨੇ, ਜਬਰ ਜਿਨਾ ਹੈ, ਦਾਜ ਦਹੇਜ ਹੈ, ਕਿੰਨੀਆਂ ਲਾਨਤਾਂ ਨੇ, ਜ਼ਿੰਦਗੀ ਨਰਕ ਬਣ ਜਾਏਗੀ। ਤਾਂ ਕਬੀਰ ਜੀ ਕਹਿੰਦੇ ਨੇ ਜੋ ਰੱਬੀ ਹੁਕਮ ਦੇ ਨਾਲੋਂ ਟੁੱਟ ਜਾਂਦੇ ਨੇ, ਜੋ ਰੱਬੀ ਹੁਕਮ ਵਿੱਚ ਨਹੀਂ ਤੁਰਦੇ, ਜੋ ਰੱਬੀ ਗੁਣਾਂ ਨਾਲੋਂ ਟੁੱਟ ਜਾਂਦੇ ਨੇ, ਉਹ ਮਨੁੱਖ ਨਰਕਾਂ ਦੇ ਅੰਦਰ ਪੈ ਜਾਂਦੇ ਨੇ। ਇਸ ਲਈ ਕਬੀਰ ਆਸਾ ਕਰੀਏ ਰਾਮ ਕੀ। ਆਸਾ ਦਾ ਮਤਲਬ ਇਹ ਨਹੀਂ ਹੈ ਕਿ ਰੱਬ ਅੱਗੇ ਅਰਦਾਸ ਕਰ ਦਿਓ ਕਿ ਰੱਬਾ ਸਾਨੂੰ ਕਾਰ ਦੇ, ਕੋਠੀ ਦੇ, ਤੇ ਆਪਣੇ ਘਰ ਜਾ ਕੇ ਸੌਂ ਜਾਓ ਤੇ ਸਵੇਰੇ ਤੁਹਾਡੇ ਘਰ ਅੱਗੇ ਕਾਰ ਖਲੋਤੀ ਹੋਵੇ। ਰਾਮ ਕੀ ਆਸਾ ਦਾ ਮਤਲਬ ਰੱਬ ਦੇ ਗੁਣਾਂ ਦਾ ਸਹਾਰਾ ਲਓ। ਸੱਚ, ਸੰਤੋਖ, ਦਇਆ, ਧਰਮ, ਧੀਰਜ, ਰੱਬੀ ਹੁਕਮ ਦੇ ਅੰਦਰ ਚੱਲੋ, ਗੁਰਬਾਣੀ ਦੇ ਵੇ ਆਫ ਲਾਈਫ ਨੂੰ ਅਪਣਾਓ। ਤੇ ਬਾਕੀ ਜਿਹੜੇ ਆ ਕਾਮ ਕ੍ਰੋਧ ਨੇ ਇਹਨਾਂ ਵੱਲੋਂ ਉਦਾਸ ਹੋ ਜਾਓ, ਇਹਨਾਂ ਨੂੰ ਛੱਡ ਦਿਓ। ਕਿਉਂ ਛੱਡ ਦਿਓ? ਕਿਉਂਕਿ ਜਿਹੜੇ ਲੋਕ ਕਾਮ ਕ੍ਰੋਧ ਈਰਖਾ ਦਵੇਸ਼ ਦੇ ਅੰਦਰ ਖਚਤ ਹੋ ਜਾਂਦੇ ਨੇ ਉਹ ਮਨੁੱਖ ਨਰਕ ਵਿੱਚ ਪੈ ਜਾਂਦੇ ਨੇ। ਉਹਨਾਂ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ, ਵਿਕਾਰਾਂ ਵਿੱਚ ਖਚਤ ਹੋ ਜਾਂਦੇ ਨੇ, ਦੁੱਖ ਪੈਦਾ ਹੋ ਜਾਂਦੇ ਨੇ। ਤਾਂ ਗੁਰਦੇਵ ਪਾਤਸ਼ਾਹ ਜੀ ਰਹਿਮਤ ਔਰ ਬਖਸ਼ਿਸ਼ ਕਰਨ, ਅਸੀਂ ਗੁਰਬਾਣੀ ਨੂੰ ਆਪ ਪੜ੍ਹੀਏ, ਗੁਰਬਾਣੀ ਦੇ ਅਰਥ ਭਾਵਾਂ ਨੂੰ ਬੜੇ ਠਰਮੇ ਦੇ ਨਾਲ ਵਿਚਾਰੀਏ ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ, ਆਪਣੇ ਪਰਿਵਾਰਕ ਜੀਵਨ ਨੂੰ ਔਰ ਇਸ ਸਮਾਜ ਨੂੰ ਸਵਰਗ ਦੇ ਅੰਦਰ ਬਦਲਣ ਦਾ ਯਤਨ ਕਰੀਏ।